ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਨੇ ਸਰਦਾਰ ਗੁਰਚਰਨ ਸਿੰਘ ਜੀਉਣ ਸਿੰਘ ਵਾਲਾ। ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ। ਵੈਸੇ ਤਾਂ ਜਦੋਂ ਵੀ ਅਸੀਂ ਆਪਣੇ ਧਰਮ ਦੇ ਆਲੇ ਦੁਆਲੇ ਪ੍ਰੋਗਰਾਮ ਕਰਦੇ ਹਾਂ ਅਤੇ ਜਦੋਂ ਸਿੱਖ ਧਰਮ ਦੀ ਖਾਸ ਕਰਕੇ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹ ਗੱਲ ਸਾਹਮਣੇ ਆਉਂਦੀ ਆ ਕਿ ਸਿੱਖ ਧਰਮ ਦੀ ਜਿਹੜੀ ਫਿਲਾਸਫੀ ਆ, ਦਰਸ਼ਨ ਹੈ, ਉਹ ਇੰਨਾ ਰਿਚ ਹੈ, ਇੰਨਾ ਅਮੀਰ ਸਾਡਾ ਵਿਰਸਾ ਹੈ ਕਿ ਸਾਨੂੰ ਉਹਦੇ ਚੋਂ ਜ਼ਿੰਦਗੀ ਦੀ ਹਰ ਇੱਕ ਚੀਜ਼ ਜਿਹੜੀ ਆ, ਸੇਧ ਜਿਹੜੀ ਆ ਉਹ ਮਿਲ ਜਾਂਦੀ ਆ। ਪਰ ਬੜੇ ਅਫਸੋਸ ਦੀ ਗੱਲ ਆ ਕਿ ਸਾਡਾ ਧਰਮ ਬਹੁਤ ਮਾਡਰਨ ਹੋਣ ਕਰਕੇ, ਸਭ ਤੋਂ ਲੇਟੈਸਟ ਧਰਮ ਹੋਣ ਦੇ ਬਾਵਜੂਦ ਵੀ ਅਸੀਂ ਲੋਕ ਪੁਰਾਣੀ ਜਿਹੜੀਆਂ ਜਕੜਬੰਦੀਆਂ ਸਾਡੇ ਆਲੇ ਦੁਆਲੇ ਆ ਉਹਦੇ ਚੋਂ ਨਿਕਲ ਨਹੀਂ ਸਕੇ। ਅੱਜ ਵੀ ਸਾਡੇ ਲੋਕ ਬਹੁਤ ਸਾਰੇ ਪੰਡਤਾਂ ਕੋਲ, ਜੋਤਸ਼ੀਆਂ ਕੋਲ ਦਿਨ ਦਿਹਾੜ ਕਢਾਉਣ, ਸ਼ਾਦੀ ਵਿਆਹ ਦੇ ਦਿਨ ਕਢਾਉਣ, ਬਹੁਤ ਇਹੋ ਜਿਹੇ ਭਰਮਾਂ ਚੱਕਰਾਂ 'ਚ ਪਏ ਆ। ਜਿੱਥੋਂ ਤੱਕ ਤੇ ਸਵਾਲ ਹੈ ਪੇਂਡੂ ਭਾਈਚਾਰੇ ਦਾ, ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਚੇਤਨਾ ਬਹੁਤ ਥੋੜ੍ਹੀ ਹੁੰਦੀ ਆ, ਬਹੁਤ ਲੋਕ ਘੱਟ ਪੜ੍ਹੇ ਲਿਖੇ। ਹਾਂ, ਪਹਿਲਾਂ ਹੁੰਦਾ ਸੀ ਕਿ ਬਹੁਤ ਲੋਕ ਘੱਟ ਪੜ੍ਹੇ ਲਿਖੇ, ਹੁਣ ਨਵੀਂ ਪਹੁੰਚ ਆ ਗਈ। ਕੋਈ ਵੀ ਬੱਚਾ ਜਿਹੜਾ ਸਾਡਾ ਉਹ ਕਾਲਜ ਲੈਵਲ ਦੀ ਵਿਦਿਆ ਤੋਂ ਘੱਟ ਨਹੀਂ ਆ, ਅਨਲੈਸ ਕਿ ਕੋਈ ਬਹੁਤ ਹੀ ਮਾੜੇ ਹਾਲਾਤਾਂ 'ਚ ਰਹਿ ਰਿਹਾ ਹੋਵੇ। ਸੋ ਐਜੂਕੇਸ਼ਨ ਦੇ ਨਾਲ ਨਾਲ ਜਿਹੜੀ ਆ ਉਹ ਚੇਤਨਾ ਜਿਹੜੀ ਉਹਦਾ ਜ਼ਰੂਰ ਪਸਾਰ ਹੁੰਦਾ। ਪਰ ਵੇਖਣ 'ਚ ਇਹ ਆਉਂਦਾ ਹੈ ਕਿ ਇਹਦੇ ਬਾਵਜੂਦ ਵੀ ਅਸੀਂ ਭਰਮਾਂ ਦੇ ਵਿੱਚ ਜਿਹੜੇ ਆ ਉਹ ਫਸੇ ਹੋਏ ਆ। ਬਹੁਤ ਸਾਰੇ ਐਸੇ ਅਡੰਬਰ ਨੇ ਜਿਹੜੇ ਸਾਨੂੰ ਦੱਸੇ ਜਾਂਦੇ ਆ। ਅਤੇ ਉਹਦਾ ਤੋੜ ਇੱਕ ਹੋਰ ਵੀ ਗੱਲ ਅਜੀਬ ਹੈ ਕਿ ਸਾਡੇ ਜਿਹੜੇ ਆਗੂ ਨੇ, ਧਾਰਮਿਕ ਆਗੂ ਨੇ, ਉਹ ਵੀ ਰਵਾਇਤੀ ਤੌਰ 'ਤੇ ਹਿੰਦੂ ਧਰਮ ਦੇ ਪੁਜਾਰੀ ਵਰਗ ਦੀ ਤਰ੍ਹਾਂ ਪੁਜਾਰੀਆਂ ਵਾਲਾ ਹੀ ਉਹਨਾਂ ਦਾ ਨਾਤਾ ਸਾਡੇ ਨਾਲ ਰਹਿ ਗਿਆ। ਉਹ ਵੀ ਸਾਨੂੰ ਕਰਾਮਾਤਾਂ 'ਚ ਹੋਰ ਗੱਲਾਂ 'ਚ ਉਲਝਾ ਕੇ ਰੱਖਦੇ ਨੇ। ਸਿੱਖੀ ਦੀ ਅਸਲੀ ਸਪਿਰਿਟ ਤੱਕ ਸਾਨੂੰ ਜਿਹੜਾ ਉਹ ਨਹੀਂ ਜਾਣ ਦਿੰਦੇ। ਔਰ ਕੁਝ ਲੋਕ ਜਿਹੜੇ ਨੇ ਉਹਨਾਂ ਬੀੜਾ ਚੁੱਕਿਆ ਹੋਇਆ, ਜਿਨ੍ਹਾਂ 'ਚੋਂ ਜੀਉਣ ਸਿੰਘ ਵਾਲਾ ਹੀ ਇੱਕ ਨੇ, ਜਿਨ੍ਹਾਂ ਨੇ ਇੰਟਰਨੈਸ਼ਨਲ ਸਿੰਘ ਸਭਾ ਸ਼ਾਇਦ ਬਣਾਈ ਹੈ ਇੱਥੇ, ਔਰ ਲਗਾਤਾਰ ਲਿਟਰੇਚਰ ਵੀ ਇਹ ਵੰਡਦੇ ਰਹਿੰਦੇ ਨੇ। ਮੈਨੂੰ ਯਾਦ ਆ ਪਿਛਲੇ ਸਾਲ ਦੀ ਗੱਲ ਹੀ ਆ, ਆਪਾਂ ਡਾਕਟਰ ਗੁਰਨਾਮ ਕੌਰ ਵੀ ਨਾਲ ਸੀ, ਆਪਾਂ ਇੱਕ ਉੱਥੇ ਬੈਠੇ ਸੀ, ਤੁਸੀਂ ਲਿਟਰੇਚਰ ਦਿੱਤਾ ਅਤੇ ਉਹ ਇੱਕ ਲੇਡੀ ਨੇ ਅਜੇ ਪੜ੍ਹਿਆ ਵੀ ਨਹੀਂ, ਉਹ ਇੱਕ ਇੰਨਾ ਪ੍ਰਭਾਵਿਤ ਹੋਈ, ਕਹਿੰਦੀ ਨਹੀਂ ਮੈਂ ਕੌਫੀ ਤਾਂ ਮੈਂ ਲੈ ਕੇ ਦੇਣੀ ਆ। ਬਸ ਮੈਂ ਬੜਾ ਜ਼ੋਰ ਲਾਇਆ, ਮੈਂ ਕਿਹਾ ਨਹੀਂ ਜੀ ਕੌਫੀ ਅਸੀਂ ਆਪ ਲਵਾਂਗੇ। ਕਹਿੰਦੀ ਨਾ, ਤੁਸੀਂ ਕੰਮ ਕਰ ਰਹੇ ਹੋ ਸਿੱਖੀ ਦਾ। ਅਤੇ ਲੋਕ ਫਿਰ ਵੀ ਚੰਗੀ ਚੀਜ਼ ਨੂੰ ਜ਼ਰੂਰ ਸਰਾਹਨਾ ਕਰਦੇ ਆ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀਉਣ ਵਾਲਾ ਜੀ, ਵੈਲਕਮ ਜੀ ਆਨ। ਧੰਨਵਾਦ ਤੁਹਾਡਾ ਜੀ, ਤੁਹਾਡਾ ਅਤੇ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ, ਬਲਾਈ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਉਣ ਵਾਲਾ ਜੀ, ਜਿਵੇਂ ਮੈਂ ਸ਼ੁਰੂਆਤ 'ਚ ਦੱਸਿਆ ਕਿ ਸਿੱਖ ਧਰਮ ਨੂੰ ਅਸੀਂ ਵਿਗਿਆਨਕ ਧਰਮ ਵੀ ਕਹਿੰਦੇ ਹਾਂ, ਮਾਡਰਨ ਧਰਮ ਵੀ ਕਹਿੰਦੇ ਹਾਂ, ਔਰ ਇੱਕ ਸਰਬ ਸਾਂਝਾ ਧਰਮ ਕਹਿੰਦੇ ਹਾਂ, ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈ ਨਹੀਂ। ਚੌਂ ਵਰਨਾਂ ਦਾ ਸਾਂਝਾ ਧਰਮ ਕਹਿੰਦੇ ਹਾਂ, ਚਾਰ ਦਰਵਾਜ਼ੇ ਕਹਿੰਦੇ ਹਾਂ, ਹਜ਼ਾਰੇ ਆ ਸਕਦੇ ਆ। ਅਤੇ ਮੈਨੂੰ ਲੱਗਦਾ ਉਹਨਾਂ ਦਰਵਾਜ਼ਿਆਂ ਦੇ ਰਾਹੀਂ ਬਾਕੀ ਧਰਮਾਂ ਦੀਆਂ ਬੁਰਾਈਆਂ ਵੀ ਅੰਦਰ ਆਉਣ ਵੜੀਆਂ ਸਾਡੇ। ਆਪਾਂ ਤੁਹਾਡੇ ਪਹਿਲੇ ਲੈਕਚਰ ਦੇ ਵਿੱਚ ਸੀ ਇੱਕ ਗੱਲ ਵੀ ਪੇਂਡੂ ਲੋਕ ਬਹੁਤੇ ਸਿਆਣੇ ਪੜ੍ਹੇ ਲਿਖੇ ਨਹੀਂ ਹੁੰਦੇ, ਇਸ ਕਰਕੇ ਵੀ ਹੁੰਦਾ। ਪਰ ਮੈਂ ਤੁਹਾਨੂੰ ਇੱਕ ਤਾਜ਼ੀ ਐਗਜ਼ਾਮਪਲ ਦੇਣਾ। ਜਲੰਧਰ ਦੇ ਡਾਕਟਰ ਨੇ 1300 ਹੀਰਿਆਂ ਨਾਲ, ਹਾਂ ਮੈਂ ਵੀ ਖਬਰ ਪੜ੍ਹੀ ਜੀ, ਹਾਂਜੀ, ਤੇ ਇੱਕ ਰਜਾਈ ਸੋਨੇ ਦੀ ਤਾਰ ਨਾਲ, ਪਟਨਾ ਸਾਹਿਬ ਵਾਲੀ ਘਟਨਾ। ਹਾਂ, ਸੋਨੇ ਦੇ ਨਾਲ, ਸੋਨੇ ਦੀਆਂ ਤਾਰਾਂ ਨਾਲ ਬੁਣਿਆ ਹੋਇਆ ਰੁਮਾਲਾ ਕਹਿ ਲਓ, ਅਤੇ ਜਾਂ ਉਹ ਚਾਨਣੀ ਹੈ, ਰਜਾਈ ਕਿਹਾ ਮੈਂ ਰਜਾਈ ਪੜ੍ਹੀ ਸੀ। ਰਜਾਈ ਮੀਨਸ ਰੁਮਾਲਾ। ਹਾਂਜੀ। ਹੁਣ ਪਹਿਲਾਂ ਮੈਂ ਇਹਨੂੰ ਨਾ ਇਹ ਗੱਲਾਂ ਪੁੱਜਦੀਆਂ ਕਿਉਂ ਆ ਪਿੰਡ ਆਪਣੇ ਸਾਡੇ ਦਿਮਾਗ 'ਚ? ਇਹ ਡਰ ਦੇ ਕਾਰਨ। ਹੁਣ ਉਸ ਡਾਕਟਰ ਨੇ ਪਹਿਲਾਂ ਤਾਂ ਲੋਕਾਂ ਨੂੰ ਮੋਟੇ ਟੀਕੇ ਲਾਏ। ਹੁਣ ਤੁਸੀਂ ਸਮਝ ਗਏ ਨਾ ਵੀ ਟੀਕੇ ਲਾਏ। ਕਹਿੰਦੇ ਡਾਕਟਰ ਸਾਹਿਬ ਪਸੀਨਾ ਨਹੀਂ ਆਉਂਦਾ। ਕਹਿੰਦਾ ਮੈਨੂੰ ਟੀਕਾ ਲਾ ਲੈਣ ਦੇ, ਵੇਖੇਗਾ ਪਸੀਨਾ। ਜਦੋਂ ਤੁਰਸੀ ਤੇ ਵੇਖੇਗਾ ਪਸੀਨਾ ਹੀ ਪਸੀਨਾ ਛੁੱਟ ਜਾਣਾ। ਹੁਣ ਪਹਿਲਾਂ ਤਾਂ ਸਾਡੇ ਕੋਲ ਡਾਕਟਰ ਇਹੋ ਜਿਹੇ ਆ। ਮੈਂ ਸਾਰੇ ਨਹੀਂ ਕਹਿੰਦਾ, ਕੁਝ ਡਾਕਟਰ ਸਵੈਮਾਨ ਸਿੰਘ ਵਰਗੇ ਜਿਹੜਾ ਆਪਣਾ ਕੰਮ ਸਾਲ ਤੋਂ ਜ਼ਿਆਦਾ ਛੱਡ ਕੇ ਬੈਠੇ ਹੋਏ ਕਿਸਾਨ ਮੋਰਚੇ 'ਚ, ਅਤੇ ਹੁਣ ਫਿਰ ਉਹ ਕਹਿੰਦੇ ਮੈਂ 30-32 ਮੈਡੀਕਲ ਹੌਸਪੀਟਲ ਬਣਾ ਕੇ ਜਾਵਾਂਗਾ। ਐਸੇ ਵੀ ਡਾਕਟਰ ਹੈਗੇ, ਪਰ ਐਸੇ ਵੀ ਹੈਗੇ ਜਿਨ੍ਹਾਂ ਨੇ ਮੋਟਾ ਟੀਕਾ ਲਾਇਆ ਅਤੇ ਮੁੜ ਕੇ ਜਾ ਕੇ ਪੰਜਾਬ 'ਚ ਨਹੀਂ, ਪਟਨੇ ਉਹ ਮਤਲਬ 1300 ਹੀਰਿਆਂ ਵਾਲਾ ਹਾਰ ਅਤੇ ਰਜਾਈ ਸੋਨੇ ਦੇ ਤਾਰਾਂ ਨਾਲ ਗੁੰਦੀ ਹੋਈ। ਪਰ ਗੁਰਬਾਣੀ ਇਹਨੂੰ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਹੈ, ਮੇਰੇ ਖਿਆਲ ਸ਼ਾਇਦ ਭਗਤ ਕਬੀਰ ਜੀ ਦਾ ਸ਼ਲੋਕ ਹੈਗਾ, ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜੇ ਤੁਸੀਂ ਰਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਫਿਰ ਮਨ ਦੇਣਾ ਪਏਗਾ, ਪੈਸੇ ਨਾਲ ਨਹੀਂ। ਕੰਚਨ ਸਿਉ ਪਾਈਆ ਨਹੀਂ ਤੋਲ, ਕੰਚਨ ਹੁੰਦੇ ਆ ਹੀਰੇ ਮੋਤੀ, ਉਹ ਹੀਰੇ ਮੋਤੀ ਜੜੇ ਹੋਏ ਹਾਰ ਦੇ ਕੇ ਕਹਿੰਦਾ ਵੀ ਹੁਣ ਮੈਂ ਪਤਾ ਨਹੀਂ ਕਿੰਨੀ ਕੁ ਸੇਵਾ ਕਰ ਲਈ। ਇਸ ਤਰ੍ਹਾਂ ਕੋਈ 7 ਸਾਲ ਪੁਰਾਣੀ ਗੱਲ ਹੈ ਇਹ। ਬੰਬੇ ਦੇ ਕਿਸੇ ਅਮੀਰ ਘਰਾਣੇ ਦੀ ਇੱਕ ਔਰਤ ਨੇ
4-5 ਕਿਲੋ ਸੋਨੇ ਦੀਆਂ ਉਹ ਜਿਹੜੀਆਂ ਟੱਲੀਆਂ ਜਿਹੀਆਂ ਲਟਕਦੀਆਂ ਹੁੰਦੀਆਂ ਨਾ ਚਾਨਣੀ ਦੇ ਥੱਲੇ ਦਰਬਾਰ ਸਾਹਿਬ, ਮੇਰੇ ਵਾਸਤੇ ਕੋਈ ਰਿਸਪੈਕਟੇਬਲ ਗੱਲ ਨਹੀਂ ਹੈ ਕਿਉਂਕਿ ਮੈਂ ਬਾਣੀ ਪੜ੍ਹਦਾ। ਹਾਂਜੀ। ਉਹ ਉਹਨੇ 5-4 ਕਿਲੋ ਸੋਨੇ ਦੀਆਂ ਲੈ ਕੇ ਦਿੱਤੀਆਂ ਉੱਥੇ। ਮੈਂ ਕਰਦੇ ਕਰਾਉਂਦੇ ਨੇ ਜੀ ਉਹਦਾ ਨੰਬਰ ਲੱਭ ਲਿਆ, ਕਿਸੇ ਨੂੰ ਕਿਹਾ, ਮੇਰੇ ਕੋਲ 1-2 ਡਾਕਟਰ ਹੈਗੇ ਬੰਬੇ ਦੇ ਹੀ ਜਿਹੜੇ ਸਾਡੇ ਨਾਲ ਲਿਖਦੇ ਸਿੰਘ ਸਭਾ ਦੀ ਵੈਬਸਾਈਟ 'ਤੇ, ਸਰਬਜੀਤ ਸਿੰਘ ਹੈਗੇ ਆ, ਉਹਨਾਂ ਦਾ ਰੈਂਕ ਕਰਦਾ ਕਰਾਉਂਦਾ, ਮੈਂ ਉਹ ਲੱਭ ਕੇ ਤੇ ਉਹਨੂੰ ਮੈਂ ਲੇਡੀ ਨੂੰ ਸੈਂਕਰਾਮੈਂਟੋ ਵਾਲੇ ਸਰਦਾਰ ਸਰਬਜੀਤ ਸਿੰਘ ਹੈ ਸਰਬਜੀਤ ਸਿੰਘ ਉਹ ਨਹੀਂ ਉਹ ਡਾਕਟਰ ਨਹੀਂ ਹੈਗੇ ਸੈਕਰਾਮੈਂਟੋ। ਅੱਛਾ, ਡਾਕਟਰ ਨੇ ਵੀ ਉਹ ਸਿਰਫ ਆਪਣੇ ਇਹਦੇ ਤੇ ਕੈਲੰਡਰ ਤੇ ਹੀ ਬੋਲਦੇ ਆ, ਬਾਕੀ ਨਹੀਂ। ਅੱਛਾ ਜੀ। ਪਰ ਉਹ ਡਾਕਟਰ ਸਰਬਜੀਤ ਸਿੰਘ ਬੰਬਈ ਤੋਂ ਹੈ। ਅੱਛਾ ਜੀ। ਉਹਨਾਂ ਨੂੰ ਮੈਂ ਕਰਾ ਕੇ ਦੀ ਅਖੀਰ ਨੂੰ ਉਹ ਲੇਡੀ ਦੇ ਨਾਲ ਮੇਰੀ ਗੱਲ ਹੋਈ। ਮੈਂ ਕਿਹਾ ਭੈਣ ਜੀ ਵੀ ਤੁਸੀਂ ਬਹੁਤ ਵਧੀਆ ਸੇਵਾ ਕੀਤੀ ਹੈ, ਪਰ ਤੁਹਾਨੂੰ ਪਤਾ ਹੈ ਵੀ ਇਹ ਕੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹੈ? ਕਹਿੰਦੀ ਜੀ ਤੁਸੀਂ ਕੌਣ ਹੋਣੇ ਪੁੱਛਣ ਵਾਲੇ? ਮੈਂ ਕਿਹਾ ਜੀ ਮੈਨੂੰ ਕੋਈ ਅਧਿਕਾਰ ਨਹੀਂ ਪੁੱਛਣ ਦਾ, ਮੈਂ ਤੁਹਾਡਾ ਇੱਕ ਛੋਟਾ ਜਿਹਾ ਸਮਾਜਿਕ ਜੀਵ ਹੋਣ ਕਰਕੇ, ਸਿੱਖ ਸਮਾਜ ਦੇ ਵਿੱਚੋਂ ਹੋਣ ਕਰਕੇ ਪੁੱਛ ਰਿਹਾ ਵੀ ਕੰਚਨ ਸੋਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਤੇ ਤੁਸੀਂ ਸੋਨਾ ਦੇ ਕੇ ਕਿਹੜੀ ਚੰਗੀ ਸੇਵਾ ਕਰਤੀ? ਉਹਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀ, ਮੈਂ ਬੰਦ ਕਰਤਾ। ਹੁਣ ਉਹਦੇ ਦਿਮਾਗ 'ਚ ਇੱਕ ਥੋੜ੍ਹਾ ਜਿਹਾ ਤਾਂ ਖੁਰਚਣਾ ਫੇਰਤਾ ਨਾ ਵੀ ਇਹ ਇੱਦਾਂ ਕੋਈ ਸੇਵਾ ਨਹੀਂ ਹੁੰਦੀ। ਹੁਣ ਜੇ ਕਿਤੇ ਇਹ ਡਾਕਟਰ ਜਲੰਧਰ ਵਾਲਾ, ਜਿਹਦੀ ਤੁਸੀਂ ਵੀ ਫੇਸਬੁੱਕ 'ਤੇ ਖਬਰ ਪੜ੍ਹੀ ਹੋਣੀ ਹੈ, ਹਾਂਜੀ, 2-4-500 ਗਰੀਬ ਬੱਚੇ ਪੜ੍ਹਾ ਦਿੰਦਾ, ਤੇ ਸ਼ਾਇਦ ਸਾਰੀ ਉਮਰ ਉਹ ਤੁਸੀਂ ਉਹਦੇ ਪੈਰੀਂ ਹੱਥ ਲਾਉਂਦੇ। ਜਿਵੇਂ ਅੱਜ ਦੀ ਗੱਲ ਤੁਸੀਂ ਵੇਖੋ ਵੀ ਰਾਣਾ ਜਿਹੜਾ ਗੋਲਡਨ ਹਾਰਟ ਵਾਲਾ ਹੈ, ਉਹਦਾ ਸਵੈਮਾਨ ਰਾਣਾ, ਔਰ ਲੋਕਾਂ ਬਹੁਤ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ, ਰਾਮ ਸਿੰਘ ਰਾਣਾ ਅੱਜ ਰੋਡੇ ਪਿੰਡ ਦੇ ਵਿੱਚ ਸਨਮਾਨਿਤ ਕੀਤਾ ਗਿਆ ਹੈ। ਬਿਲਕੁਲ, ਹਾਂਜੀ, ਰੋਡੇ ਪਿੰਡ। ਔਰ ਉਹ ਆਪਣੇ ਦਿੱਲੀ ਤੋਂ ਚੱਲ ਕੇ ਗਿਆ, ਲੋਕਾਂ ਨੇ 골ਡ ਮੈਡਲ ਪਾਇਆ। ਅੱਗੇ ਕੋਈ ਆਪਣਾ ਪੰਜਾਬ ਦਾ ਜਿਹੜਾ ਕਿਸੇ ਪਿੰਡ ਦਾ ਨਾਮ ਵੀ ਲਿਆ ਸੀਗਾ, ਉਹਨਾਂ ਨੇ 1,45,000 ਰੁਪਇਆ ਇਕੱਠਾ ਆਪਦੇ ਪਿੰਡ 'ਚੋਂ, ਕਿਸੇ ਨੇ 10 ਪਾਏ, ਕਿਸੇ ਨੇ 50, ਕਿਸੇ ਨੇ 100, 1,45,000 ਇਕੱਠਾ ਹੋਇਆ, ਉਹਨੂੰ ਉੱਥੇ ਦੇਣ ਗਏ ਸੀ। ਸੋ ਇਹ ਹੈ ਤੁਹਾਡੀ ਕਮਾਈ, ਖਰੀ ਕਮਾਈ। ਉਹ ਰਾਮ ਸਿੰਘ ਰਾਣਾ ਦੇ ਲਫ਼ਜ਼ ਹੈ ਜੀ, ਇਹ ਕਹਿੰਦਾ ਇਹ ਮੇਰੀ ਖਰੀ ਕਮਾਈ ਹੈ ਜੀ। ਪੈਸੇ ਦੀ ਨਹੀਂ ਹੈ ਗੱਲ ਕੋਈ, ਪੈਸਾ ਮੈਂ ਬਥੇਰਾ ਲਾਇਆ, ਮੇਰੇ ਕੋਲ ਹੋਰ ਆ ਜਾਏਗਾ, ਪਰ ਜਿਹੜੀ ਕਮਾਈ ਹੈਗੀ ਹੈ ਵੀ ਮੈਂ ਲੋਕਾਂ ਦੇ ਦਿਲਾਂ 'ਚ ਕਿਵੇਂ ਵੜਿਆ, ਇਹ ਅਸਲ 'ਚ ਕਮਾਈ। ਹੁਣ ਡਾਕਟਰ ਦੀ ਗੱਲ ਆਪਾਂ ਕਰ ਲਈ ਹੈ, ਆਪਾਂ ਗੱਲ ਕਰਦੇ ਸੀ। ਅੱਛਾ, ਨਹੀਂ, ਮੈਂ ਤੁਹਾਡਾ ਮਤਲਬ ਇਹ ਸੀਗਾ ਇਹ ਮਿਸਾਲ ਦੇਣ ਦਾ ਕਿ ਮੇਰਾ ਜਿਹੜਾ ਕਹਿਣ ਦਾ ਭਾਵ ਸੀ ਕਿ ਲੋਕਾਂ 'ਚ ਚੇਤਨਾ ਜਾਂ ਪੜ੍ਹਾਈ ਲਿਖਾਈ ਘੱਟ ਹੈ, ਇਹ ਇਕੱਲਾ ਫੈਕਟਰ ਨਹੀਂ ਆ, ਪੜ੍ਹੇ ਲਿਖੇ ਲੋਕ ਵੀ ਇਸੇ ਹੀ ਜਿਹੜੀ ਤਰ੍ਹਾਂ ਦੀ ਸਿਸਟਮ ਹੈ ਉਹਦਾ ਹਿੱਸਾ ਬਣ ਜਾਂਦੇ। ਮੈਂ 4-5 ਪੰਕਤੀਆਂ, ਡਰ, ਸਾਰੀਆਂ ਚੀਜ਼ਾਂ ਦਾ ਬੇਸ ਡਰ ਹੈ। ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜਿਉਂ ਡਰ ਡਰੇ ਤਾਂ ਫਿਰ ਡਰ ਲੱਗਾ, ਨਿਡਰ ਹੁਆ ਡਰ ਔਰ ਹੋਏ ਭਾਗਾ। ਜਦੋਂ ਬੰਦਾ ਨਿਡਰ ਹੋ ਗਿਆ ਤੇ ਡਰ ਦੂਰ ਚਲਿਆ ਗਿਆ, ਤੇ ਡਰ ਮਰਤੇ ਜਬ ਜਾਣਿਆ ਦੂਰ, ਡਰ ਚੁੱਕਾ ਰਿਹਾ ਭਰਪੂਰ। ਇਹ ਵੀ ਗੁਰਬਾਣੀ ਦੀ ਪੰਕਤੀ ਹੈ। ਕੁਝ ਮੈਨੂੰ ਜ਼ਬਾਨੀ ਯਾਦ ਹੁੰਦੀਆਂ ਜੀ, ਕੁਝ ਮੈਂ ਫਿਰ ਮੈਂ ਲਿਖ ਕੇ ਲੈ ਆਉਣਾ। ਹਾਂ, ਕੁਦਰਤੀ ਹੈ। ਜਦੋਂ ਤੁਹਾਡਾ ਡਰ ਖਤਮ ਹੋ ਗਿਆ ਤੇ ਸੱਚ ਅੰਦਰ ਆ ਜਾਣਾ। ਡਰ ਕਰਕੇ ਝੂਠ ਆਉਂਦਾ, ਝੂਠ ਨਾਲ ਡਰ ਲੱਗਦਾ, ਡਰ ਕਰਕੇ ਅਸੀਂ ਫਿਰ ਸਾਧਾਂ ਸੰਤਾਂ ਕੋਲੇ ਜਾਂ ਇਹ ਪੁੱਛਾਂ ਦੇਣ ਵਾਲਿਆਂ ਕੋਲੇ ਜਾਂ ਕਿਸੇ ਵੀ ਕਿਸਮ ਦੇ ਜਿਹੜੇ ਸਾਨੂੰ ਦੱਸਦੇ ਆ ਵੀ ਤੁਹਾਡੇ ਫਲਾਣਾ ਆਹ ਹੋਣ ਵਾਲਾ, ਕੁਛ ਨਹੀਂ। ਡਰ ਆਉਂਦਾ ਕਿਉਂ? ਕਿਉਂਕਿ ਅਸੀਂ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦੇ ਹਾਂ। ਜੇ ਚੰਗਾ ਸਾਹਿਤ ਪੜ੍ਹੀਏ, ਅੱਜ ਅਸੀਂ ਵੇਖਦੇ ਹਾਂ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਅੱਧੇ ਕੱਪੜੇ ਪਾ ਕੇ ਨੱਚਦੀਆਂ ਪਈਆਂ ਸਟੇਜਾਂ 'ਤੇ, ਤੇ ਅਸੀਂ ਉਹੋ ਹੀ ਸੋਚਾਂਗੇ ਨਾ ਜੇ ਗੁਰਬਾਣੀ ਨਾਲ ਅਸੀਂ ਜੁੜਦੇ। ਮੈਂ ਤੁਹਾਨੂੰ ਆਪਣੀਆਂ ਗੱਲਾਂ ਦੱਸਦਾ ਜੀ। ਮੈਂ ਗੁਰਬਾਣੀ ਸਾਡੇ ਘਰੇ ਮੇਰੇ ਦਾਦੇ ਪੜਦਾਦੇ ਤੋਂ ਪੜਦਾਦੇ ਤੋਂ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਹੈ, ਘਰ ਦੇ ਅੰਮ੍ਰਿਤਧਾਰੀ, ਚਲੋ ਕਿੱਦੇ ਤੇ ਵੀ ਸੀ, ਉਹ ਟਕਸਾਲੀ ਸੀ, ਮੈਂ ਉਹਨਾਂ ਦੇ ਚੁੰਗਲ 'ਚੋਂ ਬਾਹਰ ਨਿਕਲਿਆ। ਮੈਂ ਆਪਣੇ ਹੱਥੀਂ ਕਾਲਜ ਜਾਂਦੇ ਨੇ, ਉਦੋਂ ਮੈਂ ਬਾਣੀ ਵੀ ਨਹੀਂ ਸੀ ਹਜੇ ਪੜ੍ਹੀ, ਪਰ ਕਿਤੇ ਨਾ ਕਿਤੇ ਅੰਸ਼ ਗੁਰੂ ਨਾਨਕ ਸਾਹਿਬ ਦੇ ਨਿਡਰਤਾ ਦਾ ਜਿਹੜਾ ਉਹਨਾਂ ਨੇ ਭਰਿਆ ਸਮਾਜ 'ਚ, ਉਹ ਮੇਰੇ 'ਚ ਸੀਗਾ। ਅਸੀਂ ਪਹਿਲੇ ਦਿਨ ਜਦੋਂ ਇੱਕ ਟੂਣਾ ਕੀਤਾ ਚੁੱਕਿਆ ਤੇ ਅਸੀਂ ਡਰਦੇ ਸੀ। ਮੇਰੇ ਪਿੰਡ ਤੋਂ ਤੇ ਘਣੀਆਲ ਦੇ ਵਿਚਕਾਰ ਇੱਕ ਚੁਰਸਤਾ ਪੈਂਦਾ ਸੂਆ, ਤੇ ਅਸੀਂ ਸੂਏ ਦੀ ਪਟੜੀ ਅੱਗੇ ਰੋਡਾਂ ਵਾਲੇ ਕਾਲਜ ਨੂੰ ਚਾਹੀਦਾ ਸੀ, ਉੱਥੇ ਮੁਰਗਾ ਫਿਰਦਾ ਸੀ, ਮੈਂ ਚੁੱਕ ਲਿਆ। ਮੇਰੇ ਨਾਲ ਦੇ ਥੋੜ੍ਹੇ ਡਰਦੇ ਸੀ, ਮੈਂ ਥੋੜ੍ਹਾ ਨਿਡਰ ਸੀ ਉਦੋਂ ਮੈਂ ਸਿਰ ਧੋਤਾ ਕਿਉਂਕਿ ਸੰਧੂਰ ਲੱਗਾ ਹੋਇਆ ਸੀ। ਮੈਂ ਕਿਹਾ ਮਰਿਆ ਪਿਆ ਸੀਗਾ? ਨਹੀਂ ਜੀ, ਉਹ ਛੱਡਿਆ ਹੋਇਆ, ਠੰਡ ਦਾ ਮਹੀਨਾ, ਉਹਨੇ ਮੁਰਗੇ ਨੇ ਜਾਣਾ ਕਿੱਥੇ ਆ, ਠੰਡ ਦਾ ਕਰਕੇ ਉਹ ਘੁੰਗੜਿਆ ਜਿਹਾ ਸੀ। ਕੁਝ ਪੈਸੇ ਪਏ ਸੀ, ਉਹ ਵੀ ਚੁੱਕ ਲਿਆ ਸੀ। ਜੇ ਕੋਈ ਖਾਣ ਵਾਲੀ ਨਾਰੀਅਲ ਹੁੰਦਾ ਚੁੱਕ ਲੈਂਦੇ, ਪਰ ਉਹਨੇ ਫੁੱਲੀਆਂ ਛੁੱਟੀਆਂ, ਉਹਨੂੰ ਅਸੀਂ ਠੇਡਾ ਮਾਰਿਆ, ਪਾਸੇ ਕੀਤਾ, ਮੁਰਗਾ ਹੀ ਨਾਲ ਲੈ ਗਏ। ਜਿਸ ਦੁਕਾਨ 'ਤੇ ਅਸੀਂ ਚਾਹ ਪੀਂਦੇ ਸੀ, ਮੈਂ ਉਹਨੂੰ ਕਿਹਾ ਫੌਜੀ ਸਾਹਿਬ ਵੀ ਸਾਨੂੰ ਇੱਕ ਟੋਕਰਾ ਤੇ ਪੌਲੀ ਪਾਣੀ ਦੇ ਮੁਰਗਾ ਥੋੜ੍ਹਾ ਠੰਡ ਨਾਲ ਬਿਮਾਰ ਜਿਹਾ ਲੱਗਦਾ, ਇਹਨੂੰ ਤਾਰ ਦਈਏ। ਅਸੀਂ ਤਾਰਤਾ। ਜਦੋਂ ਅਸੀਂ ਕਾਲਜ ਤੋਂ ਵਿਹਲੇ ਹੋਏ
ਤੇ ਉਹ ਕਹਿੰਦਾ ਯਾਰ ਇਹ ਤਾਂ ਵਾਕਿਆ ਹੀ ਠੰਡ ਕਰਕੇ ਮਰਿਆ ਜਿਹਾ ਲੱਗਦਾ ਸੀ। ਕੈਮ ਹੋ ਗਿਆ। ਕਹਿੰਦਾ ਕੀ ਕਰਨਾ? ਮੈਂ ਕਿਹਾ ਯਾਰ ਸਾਡੇ ਮੁਰਗੇ ਰੱਖੇ ਸੀ, ਬਿੱਲੀ ਪੈ ਗਈ, ਉਹ ਦੂਜਿਆਂ ਨੂੰ ਤਾਂ ਮਾਰ ਗਈ। ਮੈਂ ਕਿਹਾ ਹੁਣ ਇਹਨੂੰ ਨਾ ਖਾ ਜੇ ਤੇ ਅਸੀਂ ਵੇਚਣਾ ਹੈ। ਘੜ ਲਈ ਸਟੋਰੀ ਪਹਿਲਾਂ। ਕਹਿੰਦਾ ਕਿੰਨੇ ਪੈਸੇ ਲੈਣੇ? ਮੈਂ ਕਿਹਾ ਵੀ ਤੇਰੇ ਕੋਲ ਚਾਹ ਪੀਣੇ, ਤੂੰ ਜੋ ਦੇਣਾ ਦੇ ਦੇ, ਅਸੀਂ ਕਿਹੜਾ ਕੋਈ ਬਿਜ਼ਨਸ ਕਰਦੇ ਹਾਂ। ਉਹਨੇ 5 ਰੁਪਏ ਦਿੱਤੇ। 5 ਰੁਪਏ ਲੈ ਕੇ ਅਸੀਂ ਸਮਾਲਸਰ ਆ ਗਏ। 4 ਰੁਪਈਆਂ ਦਾ 4 ਕਿਲੋ ਅਸੀਂ 4 ਜਣੇ ਦੁੱਧ ਪੀਤਾ। 1 ਰੁਪਏ ਦੇ 6 ਛੁਹਾਰੇ ਆ ਗਏ। ਹੁਣ 4 ਬੰਦੇ ਵੰਡਣ 'ਚ ਲੜ ਪਏ। ਲੜਦੇ ਲੜਦੇ ਅਸੀਂ ਉੱਥੇ ਮੇਰੇ ਪਿੰਡ ਦਾ ਹੀ ਇੱਕ ਬਾਬਾ ਬੈਠਾ ਸੀ, ਅਸੀਂ ਉਹਦੇ ਤੇ ਡਿੱਗ ਪਏ। ਕਹਿੰਦਾ ਕੀ ਹੋ ਗਿਆ ਮੁੰਡਿਓ? ਮੈਂ ਕਿਹਾ ਬਾਬਾ ਸਾਡੇ 'ਚ ਮੁਰਗਾ ਆ ਗਿਆ। ਕਹਿੰਦਾ ਕਿੱਥੋਂ ਚੱਕਿਆ ਸੀ? ਮੈਂ ਕਿਹਾ ਉਹ ਸੂਏ ਦੇ ਰਸਤੇ ਤੋਂ। ਕਹਿੰਦਾ ਉਹ ਤਾਂ ਮੇਰਾ ਸੀ। ਮੈਂ ਕਿਹਾ ਫਿਰ ਤਾਈਆਂ ਤੇਰੇ ਉੱਤੇ ਡਿੱਗੇ ਆ। ਅੱਛਾ। ਉਸ ਦਿਨ ਤੋਂ ਬਾਅਦ ਅਗਲੇ ਦਿਨ ਅਸੀਂ ਸਵੇਰੇ ਉੱਠ ਕੇ ਵੇਖਿਆ ਸਾਰਿਆਂ ਨੇ ਵੀ ਠੀਕ ਠਾਕ ਹੈ। ਪਿੰਡ 'ਚ ਸਾਡੇ ਪੁੱਛਾਂ ਦੇਣ ਵਾਲਾ ਇੱਕ ਸੀ, ਉਹ ਕਦੇ ਜ਼ਿਮੀਂਦਾਰਾਂ ਦੇ ਆਪਣੇ ਸੀਵਿਆਂ 'ਚ ਅਧੀਆ ਬੋਤਲ ਅਧੀਆ ਤੇ ਇੱਕ ਮੁਰਗਾ ਛਡਾਉਂਦਾ ਸੀ, ਤੇ ਕਦੇ ਮਜ਼੍ਹਬੀ ਸਿੱਖਾਂ ਦੇ ਸੇਵਿਆਂ 'ਚ। ਤੇ ਅਸੀਂ ਕੋਈ ਨਹੀਂ ਛੱਡਿਆ, ਉਹਦੇ ਹੱਥ ਜਾਣ ਹੀ ਨਹੀਂ ਦਿੱਤਾ। ਅਖੀਰ ਉਹਨੇ ਸੁਨੇਹਾ ਭੇਜਿਆ ਵੀ ਇਹ ਤਾਂ ਮੇਰਾ ਬਿਜ਼ਨਸ ਖਰਾਬ ਕਰ ਰਿਹਾ। ਅਸੀਂ ਕਿਹਾ ਅੱਜ ਕਿਸੇ ਦੀਆਂ ਔਰਤਾਂ ਆਉਂਦੀਆਂ, ਕੱਲ੍ਹ ਨੂੰ ਮੇਰੀ ਮਾਂ ਵੀ ਇੱਥੇ ਆਏਗੀ ਤੇਰੇ ਕੋਲੇ, ਅਸੀਂ ਇਹ ਤੇਰਾ ਕੰਮ ਨਹੀਂ ਚੱਲਣ ਦੇਣਾ। ਮੈਂ ਆਪਣੇ ਹੱਥੀਂ ਜਿਹੜੀਆਂ ਇੱਟਾਂ ਦੀਆਂ ਬਣਾਈਆਂ ਹੋਈਆਂ ਮਟੀਆਂ, ਮੈਨੂੰ ਯਾਦ ਆ ਜੀ 69 ਦੇ ਵਿੱਚ ਅਸੀਂ ਮਤਲਬ ਗੁਆਂਢੀ ਪਿੰਡ ਵਿੱਚ ਦੀ ਸਾਡੀ ਪਿੰਡ ਨੂੰ ਪਾਣੀ ਆਉਂਦਾ ਸੀ, ਉਹਦੀ ਪਟੜੀ ਹੱਦਬੰਨੀ ਕਰਕੇ ਮਤਲਬ ਪਟਵਾਰੀਆਂ ਨੂੰ ਨਾਲ ਲੈ ਕੇ 2 ਪਿੰਡਾਂ ਦਿਆਂ ਨੂੰ, ਤੇ ਉਹਦਾ ਹੱਦਬੰਨਾ ਕਰਾਇਆ। ਜਿਹੜੀ ਵੀ ਮਟੀ ਆਈ ਉਹ ਮੈਂ ਆਪਣੇ ਇਹਨਾਂ ਹੱਥਾਂ ਨਾਲ ਢਾਈ ਹੈ। 150 ਮਟੀ ਢਾਈ ਹੋਊਗੀ, 100 ਦੇ ਨੇ ਟੂਣਾ ਚੁੱਕ ਕੇ ਖਾਦੋ। ਮੈਂ ਤੁਹਾਡੇ ਸਾਹਮਣੇ ਸਰੋਤਾ ਜਿਹਨੂੰ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਤੁਹਾਡੇ ਕੋਲ ਬੈਠਾ, ਮੈਨੂੰ ਕਿਸੇ ਦਾ ਟੂਣਾ ਟੰਮਣ ਨਹੀਂ ਲੱਗਿਆ। ਤੇ ਹੁਣ ਇਹਦੇ ਨਾਲ ਮੈਂ ਮਿਲਦਾ ਜੁਲਦਾ ਤੁਹਾਨੂੰ ਇੱਕ ਗੁਰਬਾਣੀ ਦਾ ਸ਼ਲੋਕ ਕੋਟ ਕਰ ਦਿੰਦਾ, ਜਿੱਥੇ ਮੇਰੇ ਦਿਮਾਗ 'ਚ ਤੁਹਾਡੀਆਂ ਗੱਲਾਂ ਸੁਣ ਕੇ ਜਿਹੜੇ ਸਵਾਲ ਆਉਂਦੇ ਨਾਲ ਨਾਲ ਕਰਾਂ ਜਾਂ ਅੱਗੇ ਚੱਲ ਕੇ? ਮੈਨੂੰ ਇੱਕ ਸ਼ਲੋਕ 168 ਪੰਨੇ ਤੇ ਹੈ ਜੀ। ਹਾਂਜੀ। ਚੌਥੇ ਪਾਤਸ਼ਾਹ ਦਾ ਹੈ। ਜੈਸੇ ਕਾਤੀ 30 32 ਹੈ, ਵਿੱਚ ਰਾਖਾ ਰਸਨਾ ਮਾਸ ਰਤ ਕੇਰੀ। ਕਾਤੀ ਜ਼ੁਬਾਨ, ਕਿਸੇ ਦੇ ਦੰਦ 30, ਕਿਸੇ ਦੇ 32। ਜੈਸੇ ਕਾਤੀ 30 32, 30 ਔਰ 32 ਵਿੱਚ ਰਾਖਾ ਰਸਨਾ ਮਾਸ ਰਤ ਕੇਰੀ। ਲਹੂ ਤੇ ਮਾਸ ਦੀ ਬਣੀ ਹੋਈ ਰਸਨਾ ਪਈ ਹੈ ਨਾ। ਹਾਂਜੀ। ਕੋਈ ਜਾਣੋ ਮਾਸ ਕਾਤੀ ਕਹਿ ਕੇ ਸ਼ਹਾਤ ਹੈ, ਸਭ ਵਸਗਤ ਹੈ ਹਰ ਕੇਰੀ। ਬੰਦਿਓ ਤੁਸੀਂ ਇਹ ਸੋਚੋ ਕਿ ਕੋਈ ਬੰਦਾ ਬੋਲ ਕੇ ਤੁਹਾਨੂੰ ਟੂਣਾ ਟਾਮਣ ਕਰ ਦੇਗਾ, ਸ਼ਰਾਪ ਦੇ ਦੇਗਾ, ਇਹ ਨਹੀਂ ਹੋ ਸਕਦਾ। ਸਭ ਵਸਗਤ ਹੈ ਹਰ ਕੇਰੀ। ਹਰ ਕੀ ਹੈ? ਕੁਦਰਤ ਦੇ ਨਿਯਮ। ਕੁਦਰਤ ਦੇ ਨਿਯਮਾਂ ਦੇ ਵਿੱਚ ਤੁਹਾਨੂੰ ਤਾਪ ਵੀ ਚੜ੍ਹ ਸਕਦਾ, ਤੁਹਾਨੂੰ ਠੰਡ ਲੱਗ ਕੇ ਨਮੂਨੀਆ ਵੀ ਹੋ ਸਕਦਾ, ਬਿਮਾਰ ਵੀ ਹੋ ਸਕਦੇ ਆ। ਸ਼ਰਾਬ ਪੀਵਾਂਗੇ, ਕੁਦਰਤ ਦੇ ਨਿਯਮਾਂ ਦੇ ਉਲਟ ਹੈ, ਸਾਡਾ ਆਪਣਾ ਲੀਵਰ ਖਰਾਬ ਹੁੰਦਾ। ਫਿਰ ਅੱਗੇ ਜਾ ਕੇ ਕਹਿੰਦੇ ਭਾਈ ਮਤ ਕੋਈ ਜਾਣੋ ਕਿਸੇ ਕਹਿ ਕੇ ਸ਼ਹਾਤ ਹੈ। ਬੜੇ ਸੌਖੀ ਪੰਜਾਬੀ 'ਚ ਗੱਲ ਇਹ ਹੈ ਕਿ ਸਾਨੂੰ ਡਰਾਇਆ ਹੀ ਗਿਆ ਹੈ, ਗੁਰਬਾਣੀ ਨੂੰ ਝੂਠੇ ਹੱਥ ਨਹੀਂ ਲਾਉਣੇ, ਗੁਰਬਾਣੀ ਗਲਤ ਪੜ੍ਹੇਗੀ ਤੁਹਾਨੂੰ ਪਾਪ ਲੱਗੂ। ਕਥਾ ਕਹਾਣੀ ਬੇਦਿਆਣੀ ਪਾਪ ਪੁੰਨ ਵਿਚਾਰ। ਗੁਰਬਾਣੀ ਦੇ ਵਿੱਚ ਪਾਪ ਤੇ ਪੁੰਨ ਨੂੰ ਕੋਈ ਥਾਂ ਨਹੀਂ। ਮਾੜੀ ਸੋਚ ਪਾਪ, ਚੰਗੀ ਸੋਚ ਪੁੰਨ। ਸਾਨੂੰ ਇੰਨਾ ਕੁ ਡਰਾਤਾ ਕਿ ਅਸੀਂ ਨੰਗੇ ਸਿਰ ਬਾਣੀ ਪੜ੍ਹ ਲਈ, ਪਤਾ ਨਹੀਂ ਸਾਡੇ 'ਚ ਕੀ ਆ ਜੂ। ਉਹ ਗੁਰੂ ਨਾਨਕ ਸਾਹਿਬ ਕਹਿੰਦੇ ਆਓ ਜੀ ਤੁਮ ਆਓ ਹਮਾਰੇ ਪਾਸ, ਹਰ ਜਸ ਤੁਮ ਸੰਗ ਗਾਵਣਾ। ਬਾਣੀ ਤਾਂ ਕਹਿੰਦੀ ਬਾਜਾਂ ਮਾਰਦੀ ਵੀ ਆਓ ਆਓ ਤੁਹਾਡੇ ਨਾਲ ਬੈਠ ਕੇ ਵਿਚਾਰ ਕਰੀਏ। ਕਹਿੰਦਾ ਭਾਈ ਮਤ ਕੋਈ ਜਾਣੋ ਕਿਸੇ ਕਹਿ ਕੇ ਸ਼ਹਾਤ ਹੈ, ਸਭ ਕਰੇ ਕਰਾਇਆ। ਪਰਮਾਤਮਾ ਦੇ ਨਿਯਮਾਂ ਦੇ ਵਿੱਚ ਹੋਣਾ ਹੈ। ਅੱਗੇ ਉਹਨਾਂ ਨੇ ਸਾਰੀਆਂ ਗੱਲਾਂ ਗਿਣਤੀਆਂ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਾਸਾ, ਕੋਈ ਲਾਗ ਨਾ ਸਕਾ ਬਿਨ ਹਰ ਕੈ ਲਾਇਆ। ਕੁਦਰਤ ਦੇ ਨਿਯਮ ਦੇ ਵਿੱਚ ਤੁਸੀਂ ਬਿਮਾਰ ਹੋਣਾ, ਕੁਦਰਤ ਦੇ ਨਿਯਮਾਂ ਦੇ ਵਿੱਚ ਤੁਹਾਡੀ ਬਾਡੀ ਨੇ ਆਪਣੇ ਆਪ ਰਿਕਵਰ ਕਰਨਾ, ਕੰਮ ਕਰਨਾ ਹੈ, ਤੇ ਫਿਰ ਤੁਸੀਂ ਤਕੜੇ ਵੀ ਹੋ ਸਕਦੇ ਹੋ। ਚੰਗੀ ਖੁਰਾਕ ਖਾ ਕੇ ਦੌੜਾਂਗੇ, ਕਸਰਤ ਕਰਾਂਗੇ, ਚੰਗੇ ਹੋ ਜਾਵਾਂਗੇ। ਚੰਗੀ ਖੁਰਾਕ ਖਾ ਕੇ 20 ਕਿਲੋ ਘਿਓ ਖਾ ਕੇ ਬੈਠੇ ਰਹੋਗੇ, ਢਿੱਡ ਵੱਧ ਜਾਏਗਾ, ਬਲੱਡ ਪ੍ਰੈਸ਼ਰ, ਭਾਰ ਵੱਧ ਗਿਆ, ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਣਾ। ਇਹ ਸਾਰੀਆਂ ਗੱਲਾਂ ਤੁਹਾਡੇ ਸਰੀਰ ਦੇ ਨਾਲ, ਖੁਰਾਕ ਦੇ ਨਾਲ ਸੰਬੰਧਿਤ ਹੈਗੀਆਂ। ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਬਈ ਮੈਂ ਟੂਣੇ ਟਾਮਣ ਤੇ ਮੜੀਆਂ ਮੁੜੀਆਂ ਢਾਉਣ ਦਾ ਕੰਮ ਇਹਨਾਂ ਹੱਥਾਂ ਨਾਲ ਕੀਤਾ। ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ, ਜਨ ਨਾਨਕ ਜੋ ਅੰਤੀ ਅਵਸਰ ਲੈ ਛੜਾਇਆ। ਸੱਚ ਨਾਲ ਜੁੜ ਜੋ ਕਹਿੰਦੇ, ਤੇ ਤੁਹਾਨੂੰ ਕੋਈ ਡਰ ਹੀ ਨਹੀਂ ਹੈ। ਜਦੋਂ ਡਰ ਹੁੰਦਾ, ਡਰ ਮਰਤੇ ਜਬ ਜਾਂਦੇ ਹਾਂ ਦੂਰ। ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਸੱਚ ਨੂੰ ਭੁੱਲ ਜਾਂਦੇ ਹਾਂ, ਅਸੀਂ ਵੇਖਦੇ ਨਹੀਂ ਵੀ ਕੀ ਠੀਕ ਹੈ ਕੀ ਗਲਤ ਹੈ। ਸੱਚ ਦੀ ਪਛਾਣ ਕਰਨੀ ਹੈ ਨਾ, ਇਹੀ ਪਰਮਾਤਮਾ ਨੂੰ ਪਾਉਣਾ। ਹੋਰ ਕੋਈ ਪਰਮਾਤਮਾ ਕਿਧਰੇ ਬੈਠਾ ਨਹੀਂ ਹੈ। ਜਿਹੜਾ 7ਵੇਂ ਆਕਾਸ਼ ਮੁਸਲਮਾਨਾਂ ਦਾ ਜਾਂ ਇਸਲਾਮ ਦੇ ਮੁਤਾਬਕ ਬੈਠਾ ਸੀ, ਜਾਂ ਜਿਹੜਾ ਕ੍ਰਿਸਚੀਅਨ ਦਾ ਸੀ, ਜਾਂ ਜਿਹੜੇ 33 ਕਰੋੜ ਦੇਵੀ ਦੇਵਤੇ ਸੀ, ਗੁਰੂ ਨਾਨਕ ਸਾਹਿਬ ਨੇ ਏਕਾ ਮੂਹਰੇ ਲਾ ਕੇ ਉਹ ਸਭ ਉਦੋਂ ਹੀ ਕੱਟਦੇ।
ਹਾਂਜੀ ਹੁਣ ਤੁਹਾਡੇ ਉਹਨਾਂ ਇਹੋ ਕਿਹਾ ਵੀ ਤੁਹਾਡੇ 'ਚ ਹੀ ਆ, ਖਲਕਤ ਵਿੱਚ ਹੀ ਆ, ਰੱਬ ਤੇ ਕਿਤੇ ਲੱਭਣ ਜਾਣ ਦੀ ਲੋੜ ਨਹੀਂ। ਬਾਬਾ ਬੁੱਲੇ ਸ਼ਾਹ ਵੀ ਇਦਾਂ ਹੀ ਕਹਿੰਦਾ ਬਾਅਦ 'ਚ। ਅੱਛਾ, ਮੈਂ ਸਵਾਲ ਤਾਂ ਮੇਰੇ ਦਿਮਾਗ 'ਚ ਇਹ ਆ ਰਿਹਾ ਸੀਗਾ ਪਹਿਲਾਂ ਮੈਂ ਉੱਧਰ ਹੀ ਉਹੀ ਪਹਿਲਾਂ ਕਰ ਲਾਂ। ਜਿਵੇਂ ਤੁਸੀਂ ਕਿਹਾ ਕਿ ਉਹ ਟੂਣੇ ਟਮਾਣਾ ਤੋਂ ਤੁਹਾਡਾ ਬਿਲਕੁਲ ਭਰੋਸਾ, ਬਿਨਾਂ ਕੁਝ ਪੜਿਆ, ਗੁਰਬਾਣੀ ਵੀ ਨਹੀਂ ਸੀ ਪੜ੍ਹੀ, ਉੱਠ ਗਿਆ ਸੀਗਾ। ਹੁਣ ਇੱਕ ਪਾਸੇ ਇੱਕ ਤਰਕਸ਼ੀਲ ਲਹਿਰ ਵੀ ਚੱਲੀ, ਉਹ ਵੀ ਇਹੋ ਚੀਜ਼ ਕਹਿੰਦੇ ਆ, ਉਹ ਵੀ ਵਾਰ-ਵਾਰ ਇਹੋ ਹੀ ਕਹਿੰਦੇ ਆ ਕਿ ਬੰਦੇ ਨੂੰ ਤਰਕ ਨਾਲ ਗੱਲ ਕਰਨੀ ਚਾਹੀਦੀ ਆ, ਤੇ ਜਿਹੜੇ ਟੂਣੇ ਟਮਾਣ, ਜਾਦੂ ਟੂਣੇ, ਇਹਦਾ ਕੋਈ ਹੈ ਨਹੀਂ ਆ। ਉਹਦੇ ਨਾਲੋਂ ਜਿੱਦਾਂ ਦੀ ਲਹਿਰ ਸਿੱਖੀ ਦੇ ਵਿੱਚ ਰਹਿ ਕੇ ਚੱਲਦੀ, ਇਹਦਾ ਕੀ ਵਖਰੇਵਾਂ ਆ ਤੇ ਇਹਦਾ ਕੀ ਮੇਲ ਜੋਲ ਆ? ਦੇਖੋ ਜੀ, ਉਹ ਗੱਲ ਬਹੁਤ ਸਰਲ ਤੇ ਸਪਸ਼ਟ ਕਰਦੇ ਆ। ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਕੋਈ ਚੰਗਾ ਤਕੜਾ ਫਿਲਾਸਫਰ ਮੰਨਦੇ ਆ ਤੇ ਗੁਰਬਾਣੀ ਪੜ੍ਹ ਕੇ ਸਾਡੇ ਤੇ ਛੇਤੀ ਅਸਰ ਹੋ ਜਾਂਦਾ ਹੈ। ਉਹਨਾਂ ਦੀਆਂ ਗੱਲਾਂ, ਮੈਂ ਮਾਸਟਰ ਸੁਰਜੀਤ ਸਿੰਘ ਹੁਣੀ ਆਏ ਹੋਏ ਆ ਜਿਹੜੇ ਦੌਧਰ ਵਾਲੇ ਆ, ਬਈ ਉਹਨਾਂ ਨੇ ਪਿੱਛੇ ਜੇ ਇੱਕ ਬੋਰਡ ਤੇ ਸਮਝਾਇਆ ਵੀ ਸੀ ਬਈ ਤੁਹਾਡੀ ਆ ਜਿਹੜੀ ਜਨਮ ਪੱਤਰੀ ਲਿਖਦੇ ਆ ਵੀ ਕੋਈ ਘੜੀ ਮਿਲਾ ਲਓ ਦੁਨੀਆ ਦੇ ਕਿਸੇ ਕੋਨੇ 'ਚ, ਕਿਸੇ ਦੀ ਘੜੀ 2 ਸੈਕਿੰਡ ਗਾਂਹ ਹੈ, ਕਿਸੇ ਦੀ 2 ਸੈਕਿੰਡ ਪਿਛਾਂਹ ਹੈ, ਕਿਸੇ ਦੀ ਮਿੰਟ ਗਾਂਹ, ਕਿਸੇ ਦੀ 2 ਮਿੰਟ ਪਿਛਾਂਹ ਹੈ, ਤੇ ਤਾਂ ਤੁਹਾਡੀ ਜਿਹੜੀ ਜਨਮ ਪੱਤਰੀ ਲਿਖੀ ਹੈ ਪਾਂਡੇ ਦੀ, ਉਹ ਤਾਂ ਇੱਥੇ ਹੀ ਖਤਮ ਹੋ ਗਈ। ਸੋ ਉਹ ਕੁਛ ਲੋਕ ਉਹਨਾਂ ਦੀਆਂ ਗੱਲਾਂ ਸਮਝਣਗੇ ਜੀ, ਕੁਛ ਲੋਕ ਗੁਰਬਾਣੀ ਦੇ ਜਿਹੜਾ ਨੇੜੇ ਤੇੜੇ ਹੈ, ਜਦੋਂ ਸਾਡੇ ਦਿਮਾਗ 'ਚ ਪਾ ਹੀ ਦਿੱਤਾ ਗਿਆ ਗੁਰਬਾਣੀ ਨੂੰ ਕੌਣ ਸਮਝ ਸਕਦਾ ਹੈ। ਤਾਂ ਮੈਂ ਉਹਨਾਂ ਸਾਰਾ ਸੰਤਾਂ ਨੂੰ ਬੜੀ ਵਾਰੀ ਸਟੇਜ 'ਤੇ ਖੜ੍ਹ ਕੇ ਪੁੱਛਿਆ ਉਤਰਦਿਆਂ ਨੂੰ ਵੀ ਮੈਨੂੰ ਇਹ ਦੱਸ, ਇਹ ਕਿਹਦੇ ਵਾਸਤੇ ਲਿਖੀ ਹੈ? ਜੇ ਇਹਨੂੰ ਅਸੀਂ ਸਮਝ ਨਹੀਂ ਸਕਦੇ ਤਾਂ ਫਿਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿਹਦੇ ਵਾਸਤੇ? ਭੂਤਾਂ ਪ੍ਰੇਤਾਂ ਵਾਸਤੇ ਲਿਖਿਆ ਜਾਂ ਇਹ ਦੇਵੀ ਦੇਵਤਿਆਂ ਵਾਸਤੇ ਲਿਖਿਆ ਜਿਹਨਾਂ ਨੂੰ ਉਹ ਕੰਡੈਮ ਕਰਦੇ ਆ? ਕਿਹਦੇ ਵਾਸਤੇ ਲਿਖੀ ਹੈ? ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਇਹ ਸਾਡੇ ਵਾਸਤੇ, ਸਾਡੀ ਬੋਲੀ 'ਚ ਉਹ ਪੰਡਤਾਂ ਵਾਲਾ ਕੰਮ ਹੋ ਗਿਆ ਨਾ ਜੀ, ਕਿ ਸਿਰਫ ਪੰਡਤਾਂ ਨੂੰ ਦੀ ਸਮਝ ਲੱਗ ਸਕਦੀ। ਇਸੇ ਤਰ੍ਹਾਂ ਹੀ ਸਾਡੇ ਪੁਜਾਰੀ ਵਰਗ ਨੂੰ, ਪ੍ਰਚਾਰਕ ਜਿਹੜੇ ਆ ਜਾਂ ਉਹ ਸਮਝਦੇ ਆ ਕਿ ਸਿਰਫ ਅਸੀਂ ਹੀ ਇਹਦਾ ਸਹੀ ਵਿਆਖਿਆ ਕਰ ਸਕਦੇ ਹਾਂ, ਆਮ ਬੰਦੇ ਦੀ ਪਕੜ 'ਚ ਆਉਂਦੀ ਨਹੀਂ। ਹਰਜੀਤ ਸਿੰਘ ਜੀ, ਜਦੋਂ ਗੁਰੂ ਅੰਗਦ ਪਾਤਸ਼ਾਹ ਦੇ ਨਾਲ ਪੰਡਤਾਂ ਦਾ ਮੇਲ ਹੋਇਆ, ਗੁਰੂ ਨਾਨਕ ਸਾਹਿਬ ਦੇ ਵੇਲੇ ਹਜੇ ਉਹਨਾਂ ਨੂੰ ਇੰਨਾ ਡਰ ਨਹੀਂ ਸੀ ਲੱਗਦਾ। ਜਦੋਂ ਉਹਨੇ ਵੇਖਿਆ ਵੀ ਇਹ ਤਾਂ ਗੁਰਗੱਦੀ ਆਪਦੇ ਪੁੱਤਰਾਂ ਨੂੰ ਨਾ ਦੇ ਕੇ, ਜਿਨ੍ਹਾਂ ਨੂੰ ਅਸੀਂ ਵਿਗਾੜ ਛੱਡਿਆ, ਤੀਜੇ ਬੰਦੇ ਨੂੰ ਦੇ ਗਏ, ਤਾਂ ਫਿਰ ਉਹ ਇਹਨਾਂ ਕੋਲੇ ਆਏ। ਉਹ ਕਹਿੰਦੇ ਜੀ, ਆ ਜਿਹੜਾ ਬ੍ਰਹਮ ਗਿਆਨ ਤੁਸੀਂ ਲੋਕਾਂ ਦੀ ਬੋਲੀ 'ਚ ਲਿਖਦੇ ਪਏ ਆ, ਇਹ ਬਹੁਤ ਖਤਰਨਾਕ ਹੈ। ਤੁਸੀਂ ਸੰਸਕ੍ਰਿਤ ਬੋਲੀ 'ਚ ਲਿਖੋ ਤਾਂ ਕਿ ਥੋੜ੍ਹੇ ਜਿਹੇ ਬੰਦਿਆਂ ਨੂੰ ਪਤਾ ਹੋਵੇ ਤੇ ਤੁਹਾਡੇ ਕੋਲੇ ਆਉਂਦੇ ਜਾਂਦੇ। ਉਹ ਕਹਿੰਦੇ ਨਹੀਂ, ਅਸੀਂ ਸਾਰੀ ਦੁਨੀਆ ਨੂੰ ਹੀ ਜਗਾਉਣਾ ਚਾਹੁੰਦੇ ਹਾਂ। ਇਹ ਗਿਆਨ ਦੁਨੀਆ ਵਾਸਤੇ ਹੈ, ਨਾ ਕਿ ਕੁਝ ਲੋਕਾਂ ਵਾਸਤੇ ਹੈ। ਸੋ ਇਹ ਤੋਂ ਵੀ ਸਾਨੂੰ ਪਤਾ ਲੱਗ ਜਾਂਦਾ ਇਹਨਾਂ ਗੱਲਾਂ ਤੋਂ ਵੀ ਇਹ ਜਿਹੜੀ ਇਹਨੂੰ ਇਸ ਬਾਣੀ ਦੇ ਵਿਰੋਧ 'ਚ ਪ੍ਰਚਾਰ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਚੱਲ ਪਿਆ ਸੀ। ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ, ਜਿਹੜਾ ਡਰ ਹੈ, ਮੈਂ ਮੁੜ ਕੇ ਉਸ ਪਹਿਲੇ ਕੁਐਸਚਨ ਤੇ ਆਉਣਾ। ਜਦੋਂ ਬੰਦਾ ਦੁਨਿਆਵੀ ਤੌਰ ਤੇ, ਜਿਵੇਂ ਤੁਸੀਂ ਕਿਹਾ, ਡਾਕਟਰ ਗਲਤ ਟੀਕੇ ਲਾਉਂਦਾ, ਪਾਣੀ ਦਾ ਟੀਕੇ ਲਾ ਕੇ ਪੈਸੇ ਲੈ ਲੈਂਦਾ, ਮੈਡੀਸਨ ਗਲਤ ਦੇ ਕੇ, ਸਸਤੀ ਦੇ ਕੇ ਵੱਧ ਪੈਸੇ ਚਾਰਜ ਕਰਦਾ, ਜਾਂ ਜ਼ਿੰਦਗੀ 'ਚ ਅਸੀਂ ਜਿਹੜੇ ਆ ਜਿਹਨੂੰ ਕਹਿੰਦੇ ਆਪਾਂ ਹਰਾਮ ਦੀ 2 ਨੰਬਰ ਦੀ ਕਮਾਈ ਕਰਦੇ ਆ, ਉਹਨਾਂ ਚੀਜ਼ਾਂ ਕਰਕੇ ਵੀ ਸਾਡੇ ਅੰਦਰ ਇੱਕ ਖੌਫ ਜਾਂ ਡਰ ਹੁੰਦਾ। ਅਸੀਂ ਉਹਨੂੰ ਕਿਸੇ ਨਾ ਕਿਸੇ ਬਹਾਨੇ ਦਾ ਟਾਲਣ ਦੀ ਕੋਸ਼ਿਸ਼ ਕਰਦੇ ਆ। ਮੈਂ ਜਿਹੜੇ ਮਹਿਕਮੇ 'ਚ ਸਰਵਿਸ ਕਰਦਾ ਸੀਗਾ, ਉੱਥੇ ਇੱਕ ਐਕਸ਼ਨ ਸਾਹਿਬ ਹੋਇਆ ਕਰਦੇ ਸੀ, ਬੜਾ ਮਸ਼ਹੂਰ ਸੀ। ਵੈਸੇ ਮੈਨੂੰ ਤਾਂ ਨਾਂ ਲੈਣ ਹੁਣ ਹੈ ਨਹੀਂ ਗਏ, ਉਹ ਨਾਂ ਲੈਣ 'ਚ ਵੀ ਕੋਈ ਸੰਗ ਨਹੀਂ ਆ। ਤਰੇਣ ਸਾਹਿਬ ਉਹਨਾਂ ਨੂੰ ਕਹਿੰਦੇ ਸੀ। ਤੇ ਕਿਸੇ MP ਕੋ ਫੰਡ ਲੈਣ ਜਾਣਾ, ਉਹ ਕਹਿੰਦੇ ਤਰੇਣ ਦੇ ਥਰੂ ਜਾਣਗੇ, ਕੁਛ ਕੰਮ ਹੋਣਾ ਉਹਦੇ ਥਰੂ। ਮਤਲਬ ਇੱਕ ਵੱਡਾ ਡਕੈਤ ਬੰਦਾ ਸੀਗਾ। ਬੱਚਾ ਦਾ ਕੋਈ ਨਹੀਂ ਸੀ, ਬੱਚਾ ਨੇ ਅਡੋਪਟ ਕੀਤਾ, ਚਲੋ ਉਹ ਬਾਅਦ 'ਚੋਂ ਦੁਨਿਆਵੀ ਗੱਲਾਂ ਬਹੁਤ ਕੁਝ ਹੋ ਗਿਆ। ਤੇ ਉਹਦੇ ਬਾਰੇ ਮਸ਼ਹੂਰ ਸੀ ਕਿ ਉਹਨੇ ਇੱਕ ਘਰ ਲੋਹੇ ਦਾ ਬਕਸਾ ਰੱਖਿਆ, ਜਿੰਨੀ ਉਹ ਰਿਸ਼ਵਤ ਲੈਂਦਾ ਸੀ ਉਹਦਾ ਕੁਝ ਹਿੱਸਾ 'ਚ ਸੁੱਟਦਾ ਜਾਂਦਾ ਸੀ। ਤੇ ਸਾਲ ਬਾਅਦ ਉਹ ਜਾ ਕੇ ਵੈਸ਼ਨੂ ਦੇਵੀ ਮੰਦਿਰ ਉਹ ਬਕਸਾ ਐਂ ਕਰ ਆਉਂਦਾ ਸੀਗਾ। ਯਾਨੀ ਕਿ ਉਹਦੇ ਅੰਦਰ ਇੱਕ ਖੌਫ ਸੀਗਾ ਕਿ ਜੋ ਮੈਂ ਕਰ ਰਿਹਾ ਇਹ ਗਲਤ ਕਰ ਰਿਹਾ ਵਾਂ, ਤੇ ਉਹਦਾ ਮੈਂ ਹਿੱਸਾ ਵੰਡਾ ਰਿਹਾ ਮਾਤਾ ਨਾਲ, ਤੇ ਫਿਰ ਮੈਂ ਬਾਜੂ। ਇਸੇ ਕਰਕੇ ਤਾਂ ਹੈ ਨਾ ਵੀ ਧਰਮਸਾਲ ਜਿਹੜੀ ਹੈ ਨਾ ਤੁਹਾਡੇ ਅੰਦਰ ਹੈ। ਜਿਹੜਾ ਬੈ ਸੱਚਾ ਕਰੇ ਨੇ ਆਓ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਕਰੇ ਨੇ ਆਓ। ਧਰਮ ਰਾਏ ਤੁਹਾਡੇ ਅੰਦਰ ਹੈ, ਰੱਬ ਵੀ ਅੰਦਰ ਹੈ, ਧਰਮਸਾਲ ਵੀ ਅੰਦਰ ਹੈ। ਮਨ ਡਰਦਾ ਹੈ ਗਲਤ ਤੋਂ। ਤੁਸੀਂ ਕੋਈ ਐਗਜ਼ਾਮਪਲ ਲੈ ਲਓ, ਚਾਹੇ ਤੁਸੀਂ ਚੰਗਾ ਕੰਮ ਐਟ ਦਾ ਮੂਮੈਂਟ ਤਾਂ ਉਹ ਚੰਗਾ ਹੈ, ਪਰ ਹੈ ਉਹ ਗਲਤ ਸਿਧਾਂਤਕ ਤੌਰ 'ਤੇ। ਜਦੋਂ ਕਰ ਲਿਆ, ਫਰਜ਼ ਕਰੋ ਵੀ ਕਿਸੇ ਦੁਕਾਨ 'ਤੇ ਤੁਸੀਂ ਚਲੇ ਜਾਓ, ਕਿਤਾਬਾਂ ਵਾਲੀ ਦੁਕਾਨ 'ਤੇ, ਚੰਗੀ ਕਿਤਾਬਾਂ ਵਾਲੀ ਦੁਕਾਨ, ਧਾਰਮਿਕ, ਤੁਸੀਂ ਸੁਖਮਣੀ ਦਾ ਜਾਂ ਜਪਜੀ ਦਾ ਗੁਟਕਾ ਚੁੱਕ ਲਿਆ, $2 ਨਹੀਂ ਦੇਣੇ ਯਾਰ, ਇਹ ਬੜੀ ਠੱਗੀ ਮਾਰਦੇ ਆ। ਜਦੋਂ ਤੁਸੀਂ ਘਰੇ ਬੈਠ ਕੇ ਉਹਨੂੰ ਪੜ੍ਹਨਾ ਸ਼ੁਰੂ ਕਰੋਗੇ ਨਾ, ਪਹਿਲਾ ਖਿਆਲ ਤੁਹਾਡੇ ਮਨ 'ਚ ਕੀ ਆਏਗਾ? ਇਹ ਮੈਂ ਚੋਰੀ ਕਰਕੇ ਲਿਆ। ਬੋਧ ਤੁਹਾਨੂੰ ਹੋਏਗਾ ਅੰਦਰੋਂ। ਤੁਹਾਡੇ ਅੰਦਰ ਜਿਹੜਾ ਨਾ ਧਰਮਰਾਜ ਬੈਠਾ, ਉਹ ਤੁਹਾਨੂੰ ਸਜ਼ਾ ਦੇ ਰਿਹਾ ਐਟ ਏ ਟਾਈਮ। ਹੋਰ ਸਜ਼ਾ ਕੋਈ ਤੁਹਾਨੂੰ ਉਹ $2 ਦੇ ਗੁਟਕੇ ਪਿੱਛੇ ਕਿਸੇ ਜੇਲ੍ਹ 'ਚ ਨਹੀਂ ਪਾਣਾ। ਪਰ ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਕਰੇ ਲਿਆਓ। ਅੰਦਰ ਧਰਮਰਾਜ ਹੈ,
ਉਹ ਧਰਮਰਾਜ ਜਿਹੜਾ 7ਵੇਂ ਕਾਸੇ ਯਾਨੀ ਕਿ ਤੁਹਾਡੀ ਅੰਤਰ ਆਤਮਾ ਤੇ ਉਸ ਚੀਜ਼ ਦਾ ਬੋਝ ਹੁੰਦਾ। ਤੁਹਾਡੀ ਕੌਨਸ਼ੀਅਸ ਤੇ ਜਾਂ ਸੋਚ ਤੇ ਤੁਹਾਡੇ ਤੇ ਬੋਝ ਉਹ ਰਹਿਣਾ ਹੀ ਰਹਿਣਾ। ਜਿਹੜੇ ਬੰਦੇ ਇਹ ਗਲਤ ਕੰਮ ਕਰਦੇ ਨਹੀਂ ਉਹ ਡਰਦੇ ਨਹੀਂ ਤਾਂ ਬਿਮਾਰੀਆਂ ਨਹੀਂ ਲੱਗਦੀਆਂ, ਬਿਮਾਰੀਆਂ ਨਾਲ ਤਾਂ ਪੁੱਛਾਂ ਪਾਉਣ ਦੀ ਲੋੜ ਨਹੀਂ। ਮੈਂ 71 ਸਾਲ ਦਾ ਨਹੀਂ, ਮੈਂ ਕਦੇ ਡਾਕਟਰ ਕੋਲ ਨਹੀਂ ਗਿਆ, ਸਿਵਾਏ ਇੱਕ ਵਾਰੀ ਸਾਨੂੰ ਸਾਲ ਦੇ ਵਿੱਚ ਮੈਡੀਕਲ ਸਰਟੀਫਿਕੇਟ ਲੈਣਾ ਪੈਂਦਾ ਟਰੱਕ ਦਾ ਲਾਇਸੈਂਸ ਇਸ਼ੂ ਕਰਾਉਣ ਵਾਸਤੇ। ਮੈਂ ਟਰੱਕ ਚਲਾਉਣਾ, ਹਾਂਜੀ, ਹਜੇ ਵੀ ਚਲਾ ਰਿਹਾ ਜੀ। ਆ ਥੋੜੇ ਦਿਨਾਂ ਨੂੰ ਮੈਂ 71 ਸਾਲ ਪੂਰੇ ਕਰ ਲੈਣੇ। ਅੱਛਾ, ਪੈਨਸ਼ਨ ਨਹੀਂ ਲਵਾਈ? ਫੈਮਿਲੀ ਡਾਕਟਰ। ਤੁਸੀਂ ਪੈਨਸ਼ਨ ਨਹੀਂ ਫਿਰ ਲਵਾਈ? ਪੈਨਸ਼ਨ ਥੋੜੀ ਹੈ ਜੀ, ਅਸੀਂ ਪਹਿਲਾਂ ਟਰੱਕ ਡਰਾਈਵਰ ਤੇ ਪੈਸੇ ਚਾਹੀਦੇ ਸੀ, ਜੋ ਵੀ ਹੈਗਾ। ਪੈਨਸ਼ਨ ਇੰਨੀ ਨਹੀਂ ਹੈਗੀ ਵੀ ਮੈਂ ਕੰਮ ਛੱਡ ਦਿਆਂ। ਹਾਂਜੀ, ਅੱਛਾ ਅੱਛਾ। ਡਾਕਟਰ ਮੈਨੂੰ ਪੁੱਛਦਾ, ਮੇਰਾ ਫੈਮਿਲੀ ਡਾਕਟਰ ਕਹਿੰਦਾ ਤੇਰਾ ਕੋਈ ਹੋਰ ਵੀ ਫੈਮਿਲੀ ਡਾਕਟਰ ਹੈਗਾ? ਬੜਾ ਵਧੀਆ ਆਪਣੇ ਵੈਸਟ ਪੰਜਾਬ ਦਾ ਹੈ, ਚੀਮਾ ਸਾਹਿਬ। ਅੱਛਾ, ਮੇਰਾ ਫਰੈਂਡ ਹੈ, ਜਦੋਂ ਵੀ ਜਾਣ ਜੱਫੀ ਪਾ ਕੇ ਮਿਲਦੇ ਆ। ਮੈਂ ਕਿਹਾ ਡਾਕਟਰ ਸਾਹਿਬ ਤੁਹਾਨੂੰ ਛੱਡ ਕੇ ਮੈਂ ਕਿਤੇ ਨਹੀਂ ਜਾਂਦਾ, ਪਰ ਮੈਂ ਬਿਮਾਰ ਹੀ ਨਹੀਂ ਹੁੰਦਾ, ਮੈਂ ਆਉਣਾ ਤੁਹਾਡੇ ਕੋਲ ਹੀ ਹੈ, ਮੈਂ ਕਿਤੇ ਨਹੀਂ ਜਾਂਦਾ। ਐਤਕੀ ਉਹ ਕਿਸਾਨਾਂ ਦੇ ਮੋਰਚੇ ਵਾਸਤੇ $50 ਉਹਨਾਂ ਨੇ ਵੀ ਦਿੱਤੇ ਮੈਨੂੰ। ਅੱਛਾ, ਹਾਲਾਂਕਿ ਉਹ ਵੈਸਟ ਪਾਕਿਸਤਾਨ ਤੋਂ ਹੈ, ਮੈਂ ਵੈਸਟ ਪੰਜਾਬ ਤੋਂ। ਹਾਂਜੀ, ਲੈਂਦੇ ਪੰਜਾਬ ਤੋਂ। ਉਹ ਕਹਿੰਦਾ ਯਾਰ ਮੇਰੇ ਕੋਲ 50 ਹੀ ਕੈਸ਼ ਆ, ਤੂੰ ਲੈ ਜਾ। ਕੀ ਬਾਤ, ਇਹ ਦਿਲਾਂ ਦੀ ਗੱਲ ਹੈ। ਅੱਛਾ, ਮੈਨੂੰ ਪਾਤਰ ਆਉਂਦਾ ਕਿ ਯਾਦ ਆ ਰਹੀ ਹੈ, ਕਵਿਤਾ ਦੇ ਵਿੱਚ ਉਹਦੇ ਕੁਝ ਬੰਦ ਹੈ, ਉਹ ਜਿਹੜਾ ਮਨੁੱਖ ਦੀ ਆ ਇਹ ਚੀਜ਼ ਜਿਹੜੀ ਆਪਾਂ ਜਿਹੜੇ ਤੋਂ ਡਰ ਉਪਜਦਾ ਆ, ਉਹਦੀ ਉਹ ਜ਼ਿਕਰ ਕਰਦੇ ਆ ਕਿ ਜਿਹੜਾ ਬੰਦਾ 2 ਨੰਬਰ 'ਚ ਧੰਦਾ ਕਰਦਾ, ਕਮਾਈ ਕਰਦਾ ਆ, ਤੇ ਉਹ ਮੁੜ ਕੇ ਮੰਦਰਾਂ ਗੁਰਦੁਆਰਿਆਂ ਨੂੰ ਭੱਜਦਾ ਆ ਆਪਣਾ ਉਹ ਪਾਪ ਬੋਧ ਘਟਾਉਣ ਵਾਸਤੇ। ਤੇ ਉਹਨਾਂ ਦਾ ਉਹ ਸ਼ੇਅਰ ਹੈ, ਉਹਦੇ ਵਿੱਚ ਇੱਕ ਹੈਗਾ ਕਿ ਕਾਲੇ ਧਨ ਦੇ ਖੋਟੇ ਸਿੱਕੇ ਚਾੜ ਗਏ ਵਪਾਰੀ, ਮੰਦਰ ਵਿੱਚ ਮੁਸਕਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ। ਉਹ ਮੂਰਤੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਜੇ ਹੱਸਦੀ ਤੇ ਹੱਸਦੀ ਰਹਿਣਾ, ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਤੁਹਾਨੂੰ ਫਰਕ ਪਿਆ ਵੀ ਮੈਂ ਸ਼ਾਇਦ ਕਰਕੇ ਸੁਰਖਰੂ ਹੋ ਗਿਆ। ਇੱਦਾਂ ਨਾ ਇੱਦਾਂ ਪਾਪ ਧੋਤਾ ਜਾਂਦਾ ਤੇ ਨਾ ਇੱਦਾਂ ਕਰਨ ਨਾਲ ਪੁੰਨ ਹੁੰਦਾ ਹੈ। ਪੁੰਨ ਹੈ ਕਿਸੇ ਗਰੀਬ ਦੀ ਮਦਦ ਕਰਨਾ। ਜੇ ਉਹ ਤੁਸੀਂ ਇੱਕ ਹੋਰ ਮੈਨੂੰ ਐਗਜ਼ਾਮਪਲ ਯਾਦ ਆ ਗਈ, ਮਿੱਤਲ ਨਾਂ ਦਾ ਕੋਈ ਵਪਾਰੀ ਆ ਬਠਿੰਡੇ 'ਚ। ਅੱਛਾ ਜੀ। ਜਿਹਦੀ ਮਾਂ ਦੀ ਡੈਥ ਹੋਈ, ਉਹ ਵੀ ਖਬਰ ਅੱਜ ਸੀ। ਅੱਛਾ ਜੀ, ਅੱਜ ਦੀ ਵੀ ਖਬਰ ਹੈ। ਅੱਛਾ ਜੀ। ਉਹਦੀ ਮਾਂ ਦੀ ਇੱਛਾ ਸੀ ਵੀ ਪੁੱਤ ਤੂੰ ਗਰੀਬਾਂ ਦੀ ਮਦਦ ਕਰਨੀ ਹੈ। ਤੇ ਉਹ ਕਲੋਨੀ ਦਾ ਨਾਮ ਮੈਂ ਭੁੱਲ ਗਿਆ, ਉਡਾਨੀਆਂ ਕਿ ਕੁਛ ਇੱਦਾਂ ਦੀ ਕਲੋਨੀ ਦਾ ਕੋਈ ਨਾਂ ਹੈਗਾ। ਹਾਂਜੀ। ਉਹਨੇ 49 ਹਾਊਸ ਬਣਾ ਕੇ ਦਿੱਤੇ ਹੈ ਵਿਦਨ 2-3 ਮੰਥਸ ਦੇ ਵਿੱਚ। ਤੇ ਇੱਕ ਘਰ ਦੀ ਲਾਗਤ ਹੈ 3 ਲੱਖ ਰੁਪਈਆ। ਇਹ ਅੱਜ ਦੀ ਖਬਰ ਸੀ। ਮਤਲਬ 50 ਘਰ ਕਹਿ ਲਓ, 50 ਘਰ ਦੇ ਨੇੜ ਉਹਨੇ ਬਣਾ ਕੇ ਦੇ ਦਿੱਤੇ। ਕਹਿੰਦਾ 150 ਘਰ ਮੈਨੂੰ ਚਾਹੀਦਾ ਪੂਰਾ, ਤਾਂ ਕਿ ਮੈਂ ਹਰ ਇੱਕ ਗਰੀਬ ਪਰਿਵਾਰ ਨੂੰ ਦੇ ਦੇਵਾਂ। ਜਿਹੜੇ ਇੱਥੇ ਜਿੰਨੇ ਇਸ ਕਲੋਨੀ ਦੇ ਵਿੱਚ ਗਰੀਬ ਰਹਿੰਦੇ ਆ ਝੁੱਗੀ ਝੌਂਪੜੀ ਵਾਲੇ, ਸਾਰਿਆਂ ਨੂੰ ਇੱਕ ਇੱਕ ਘਰ ਦਿਆਂਗਾ। ਅੱਛਾ, ਇਹ ਹੁਣ ਆਪਾਂ ਵਿਸ਼ੇ ਤੋਂ ਲਾਂਭੇ ਚੱਲ ਜਾਂਗੇ। ਇਹਦੇ ਬਾਰੇ ਵੀ ਲੋਕਾਂ ਦੀਆਂ 2 ਤਰ੍ਹਾਂ ਦੀਆਂ ਰਾਵਾਂ ਨੇ ਕਿ ਜਿਹੜਾ ਤੁਸੀਂ ਇੰਡੀਵਿਜੂਅਲ ਕੋਈ ਪਰਉਪਕਾਰ ਕਰਦੇ ਹੋ, ਹੈ ਤੇ ਚੀਜ਼ ਚੰਗੀ, ਤੁਹਾਡੇ ਆਪਣੇ ਮਨ ਦੀ ਤਸੱਲੀ ਲਈ ਆ, ਤੇ ਤੁਸੀਂ ਕਿੰਨਾ ਕੁ ਕਰ ਸਕਦੇ ਹੋ। ਉਹਨੇ 150 ਘਰ ਬਣਾਤਾ, 150 ਮਨੁੱਖ ਹੀ ਤੇ ਲੋੜਵੰਦ ਨਹੀਂ ਨਾ, ਮਨੁੱਖ ਤੇ ਬੇਅੰਤ ਨੇ। ਇੱਥੋਂ ਤੱਕ ਕਿ ਜਿੱਦਾਂ ਪਿੰਗਲਵਾੜੇ ਦੀ ਸੰਸਥਾ, ਉੱਤੇ ਵੀ ਕਹਿੰਦੇ ਕਿੰਨਿਆਂ ਕੁ ਨੂੰ ਕੈਟਰ ਕਰ ਸਕਦਾ। ਕਿਉਂ? ਕੁਝ ਲੋਕ ਕਹਿੰਦੇ ਆ ਕਿ ਨਹੀਂ, ਸਾਨੂੰ ਉਹ ਜਿਹੜਾ ਗੰਦਾ ਸਿਸਟਮ ਹੈ, ਜਿਹਨੇ ਗਰੀਬ ਲੋਕ ਗਰੀਬ ਰੱਖੇ ਹੋਏ ਆ, ਜਿਹਨੇ ਇਹ ਅਪਾਹਜ ਰੱਖੇ ਹੋਏ ਆ, ਜਿਹਨੇ ਬਿਮਾਰੀਆਂ ਫੈਲਾਈਆਂ ਹੋਈਆਂ, ਉਹ ਸਿਸਟਮ ਨੂੰ ਪੁੱਟਣ ਲਈ ਅਗਰ ਉਹਦੇ ਵਿੱਚ ਅਸੀਂ ਜ਼ੋਰ ਲਾ ਕੇ ਕੰਮ ਕਰਦੇ ਹਾਂ, ਕੋਈ ਸਿਸਟਮ ਦਾ ਬਦਲ ਦਿੰਦੇ ਹਾਂ, ਤੇ ਤਾਕਤ ਉਹਨਾਂ ਲੋਕਾਂ ਨੂੰ ਦਿੰਦੇ ਹਾਂ ਜਿਹੜੇ ਕੋਈ ਚੰਗਾ ਇਹੋ ਜਿਹਾ ਸਮਾਜ ਬਣਾ ਦੇਣ ਜਿਹ 'ਚ ਇਹ ਚੀਜ਼ਾਂ ਹੋਣ ਹੀ ਨਾ, ਤੇ ਉਹ ਜ਼ਿਆਦਾ ਵੱਡਾ ਕੰਮ ਆ, ਨਾ ਕਿ ਇੰਡੀਵਿਜੂਅਲ ਲੈਵਲ 'ਤੇ ਜਿਹੜੀ ਇਹ ਕਰਨੀ। ਇਹ ਆਪਣੇ ਮਨ ਦਾ ਟਿਕਾ ਜ਼ਰੂਰ ਆ ਕਿ ਮੈਂ ਚੰਗੇ ਕੰਮ ਕਰ ਰਿਹਾ, ਪਰ ਉਹਦੇ ਨਾਲ ਤੁਸੀਂ ਬਹੁਤ ਵੱਡੀ ਪੱਧਰ 'ਤੇ ਸ਼ਾਇਦ ਸੇਵਾ ਨਹੀਂ ਕਰ ਪਾਉਂਦੇ। ਹਰਜੀਤ ਸਿੰਘ ਜੀ, ਕਈ ਦੇਖੋ, ਪ੍ਰਭ ਸੱਚ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਪਾਇਆ। ਤੁਸੀਂ ਆਪਣੇ ਤੁਹਾਡੇ ਬਾਹਰ ਦਰਖਤ ਲੱਗੇ ਹੈ, ਕਦੇ ਗਰਮੀਆਂ ਜਦੋਂ ਪੱਤੇ ਲੱਗੇ ਦੇਖਿਆ ਜੋ, ਇੱਕ ਦਰਖਤ ਨੂੰ ਜਿੰਨੇ ਪੱਤੇ ਸਾਰੇ ਵੱਖਰੇ ਵੱਖਰੇ, ਮੈਂ ਚੰਗੀ ਤਰ੍ਹਾਂ ਨੀਝ ਲਾ ਕੇ ਦੇਖਿਆ। ਫਲ ਲੈਣ ਜਾਂਦੇ ਅਸੀਂ, ਆਪਣੇ ਇੱਥੇ ਹੈਰੀਟੇਜ ਰੋਡ 'ਤੇ ਹੈ ਜ਼ਿਮੀਂਦਾਰਾਂ ਦੇ ਬਾਗ, ਅਸੀਂ ਆਪ ਤੋੜ ਕੇ ਵੇਖੇ। ਇੱਕੋ ਬੂਟੇ ਨੂੰ ਸੇਬ ਲੱਗੇ, ਰੰਗ ਦਾ ਵੀ ਫਰਕ ਹੋਊਗਾ, ਸਾਈਜ਼ ਦਾ ਵੀ ਫਰਕ ਹੋਊਗਾ, ਬਣਤਰ ਦਾ ਵੀ ਫਰਕ ਹੋਊਗਾ। ਸਾਰਿਆਂ ਬੰਦਿਆਂ ਨੂੰ ਅਸੀਂ ਨਹੀਂ ਕਹਿ ਸਕਦੇ ਵੀ ਤੁਸੀਂ ਪੋਲੀਟੀਕਲ ਸਿਸਟਮ ਨੂੰ ਪੱਟਣ ਵਾਸਤੇ ਜ਼ੋਰ ਲਾਓ। ਸ਼ਾਇਦ ਉਹ ਫਿਰ ਇਹ ਕੰਮ ਜਿੰਨਾ ਕੁ ਕਰ ਰਿਹਾ ਨਾ ਕੋਈ, ਉਹ ਵੀ ਛੱਡ ਦੇਣ। ਜਿਹੜੇ ਬੰਦੇ ਨਿਰਭੈ ਸਿੰਘ ਵਰਗੇ ਢੁੱਡੀਆਂ ਵਾਲੇ ਸਿਸਟਮ ਨੂੰ ਬਦਲਣ ਵਾਸਤੇ ਲੱਗੇ ਰਹਿਣ, ਉਹਨਾਂ ਨੂੰ ਵੇਖ ਕੇ ਤਾਂ ਨਾਲ ਉਹਨਾਂ ਨਾਲ ਲੱਗ ਪੈਣਗੇ ਬਥੇਰੇ। ਇਹ ਨਹੀਂ ਹੁੰਦਾ, ਹਰ ਇੱਕ ਕੰਮ ਦਾ ਚੰਗੇ ਮਾੜੇ ਦਾ ਅਸਰ ਹੁੰਦਾ ਸਮਾਜ 'ਤੇ। ਉਹਨਾਂ ਨੂੰ ਵੇਖ ਕੇ ਵੀ ਉਹਨਾਂ ਵਿੱਚੋਂ ਕੁਝ ਬੰਦੇ ਉਹਨਾਂ ਦਾ ਸਾਥ ਦੇਣਗੇ। ਅਸੀਂ ਇੱਥੇ ਬੈਠੇ ਸੀ, ਅਸੀਂ ਸਿੰਘ ਸਭਾ ਵੱਲੋਂ 3 ਲੱਖ ਰੁਪਈਆ ਮਤਲਬ 25 ਨੂੰ
ਉੱਥੋਂ ਤੁਰੇ ਆ 26 ਨੂੰ, ਤੇ ਕਾਲਜ ਵਾਲਿਆਂ ਨੂੰ ਕਹਿ ਕੇ 26 ਨੂੰ ਸਾਡਾ ਉੱਥੇ ਦਵਾਈਆਂ ਦਾ ਇੱਕ ਕਾਊਂਟਰ ਲੱਗਾ ਹੋਇਆ ਸੀ, ਤੇ ਪੱਗਾਂ ਉਹਨਾਂ ਨੂੰ ਕਿਹਾ ਸੀ ਵੀ ਜਿੰਨੀਆਂ ਵੀ ਹੈ ਅਸੀਂ ਉਹਨਾਂ ਨੂੰ ਲਿਮਿਟ ਦਿੱਤੀ ਵੀ 5-6 ਲੱਖ ਰੁਪਏ ਤੱਕ ਅਸੀਂ ਤੁਹਾਨੂੰ ਦੇ ਸਕਦੇ ਹਾਂ। ਪਰ ਉਹ 3 ਲੱਖ ਤੋਂ ਬਾਅਦ ਕਹਿੰਦੇ ਨਹੀਂ ਹੁਣ ਸਾਨੂੰ ਪੈਸਾ ਨਹੀਂ ਚਾਹੀਦਾ, ਇਹ ਤੁਸੀਂ ਕਿਤਾਬਾਂ ਛਾਪਣ ਤੇ ਲਾਇਆ ਜੋ, ਅਸੀਂ ਇੱਥੇ ਇੰਤਜ਼ਾਮ ਬਹੁਤ ਹੋ ਗਿਆ ਹੁਣ। ਸੋ ਜਿੰਨਾ ਵੀ ਅਸੀਂ ਕੋਈ ਕਰ ਸਕਦੇ ਹਾਂ ਕਰੋ, ਕੋਈ ਨਹੀਂ ਉਹ ਸਿਸਟਮ ਨੂੰ ਬਦਲਣ ਵਾਸਤੇ ਜਿਹੜੇ ਬੰਦੇ ਕੋਲ ਪੈਸਾ ਹੈ ਨਾ, ਉਹ ਪੈਸਾ ਵੀ ਤਾਂ ਸਿਸਟਮ ਨੂੰ ਬਦਲਣ ਵਾਸਤੇ ਚਾਹੀਦਾ। ਪਲੀ ਜੋੜ ਕੇ ਬਣਦਾ ਆ। ਹੁਣ ਏਡੇ ਵੱਡੇ ਮੋਰਚੇ ਦੇ ਵਿੱਚ ਜੇ ਸੰਸਥਾਵਾਂ ਜਾਂ ਲੋਕ ਜਿਹੜੇ ਆ ਇਸ ਤਰ੍ਹਾਂ ਨਾ ਜੁਟਦੇ ਤੇ ਫਿਰ ਆਪਾਂ ਡੀਕੀ ਜਾਂਦੇ ਕਿ ਸਿਸਟਮ ਬਦਲੂਗਾ ਤੇ ਫਿਰ ਕਰਾਂਗੇ, ਉਹ ਵੀ ਨਹੀਂ ਹੋ ਸਕਦਾ। ਇਹ ਵੀ ਗੱਲ ਤੁਹਾਡੀ ਆਪਣੇ ਥਾਂ ਬਹੁਤ ਦਰੁਸਤ ਆ। ਗਰਾਊਂਡ ਲੈਵਲ ਤੇ ਵਰਕ ਕਰਨਾ ਪੈਂਦਾ ਜੀ, ਉਸ ਤੋਂ ਬਗੈਰ ਇਹ ਗੱਲ ਬਿਲਕੁਲ ਹੋ ਨਹੀਂ ਸਕਦੀ। ਹਾਂਜੀ, ਹੁਣ ਗੁਰਬਾਣੀ ਕੀ ਕਹਿੰਦੀ ਹੈ, ਜਿਹੜੇ ਲੋਕੀ ਪੁੱਛਾਂ ਦਿੰਦੇ ਆ, ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ। ਕਹਿੰਦੇ ਪੰਡਤ ਜੀ ਵੀ ਤੁਸੀਂ ਇਹ ਦੱਸ ਸਕਦੇ ਆ ਵੀ ਮਰਨਾ ਕਦੋਂ ਆ? ਤੇ ਜਾਂ ਇੱਕ ਪੰਕਤੀ ਮੈਨੂੰ ਬੈਠੇ ਬੈਠੇ ਹੋਰ ਯਾਦ ਆ ਕਿ ਥਿਤ ਵਾਰ ਪੂਜੈ ਮੁਗਧ ਗਵਾਰ। ਮੁਗਧ ਮੂਰਖ ਨੂੰ ਕਹਿੰਦੇ ਆ। ਥਿੱਤਾਂ ਵਾਰਾਂ ਪੂਜਣੀਆਂ ਆਪਣੇ ਮੇਰੇ ਘਰ ਦੇ ਨੇੜੇ ਨਾਨਕਸਰੀਆ ਗੁਰਦੁਆਰਾ ਹੈ, ਔਰ ਆਪਣੇ ਜਥੇਦਾਰ ਦਾ ਕੱਲ੍ਹ ਕਿ ਪਰਸੋਂ ਹੀ ਬਿਆਨ ਸੀ ਵੱਡਾ ਸਾਰਾ ਵੀ ਨਾਨਕਸਰ ਮਰਜ਼ਾਦਾ ਨੂੰ ਢਾਹ ਨਾ ਲਾਓ। ਗਿਆਨੀ ਹਰਪ੍ਰੀਤ ਸਿੰਘ ਦਾ? ਹਾਂ, ਗਿਆਨੀ ਹਰਪ੍ਰੀਤ ਉਹਨਾਂ ਦਾ। ਮੈਂ ਪੁੱਛਣਾ ਚਾਹੁੰਦਾ ਵੀ ਹਰਪ੍ਰੀਤ ਜੀ, ਤੁਹਾਨੂੰ ਤਾਂ ਕੁਰਾਨ ਸ਼ਰੀਫ ਦੇ ਸਪੈਲਿੰਗ ਹੀ ਨਹੀਂ ਆਉਂਦੇ ਤੇ ਤੁਸੀਂ MA PhD ਕਿੱਥੋਂ ਬਣ ਗਏ? ਕੁਰਾਨ ਮੇਰੇ ਕੋਲ ਇਹਨਾਂ ਦੀ ਉਲੱਥਾ ਕੀਤਾ ਹੋਇਆ, ਮੈਂ ਸ਼ਾਇਦ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਹੋਵੇ। ਕੱਕੇ ਨੂੰ ਔਂਕੜ, ਰਾਰਾ, ਆੜੇ ਨੂੰ ਕਰਨਾ ਨੰਨਾ, ਕੁਰਾਨ ਹੋ ਗਿਆ। ਇਹ ਕੁਰਾਨ ਸ਼ਰੀਫ ਨਹੀਂ ਬਣਦਾ। ਇਹਨਾਂ ਨੂੰ ਤਾਂ ਪੰਜਾਬੀ 'ਚ ਸਪੈਲਿੰਗ ਨਹੀਂ ਕੁਰਾਨ ਦੇ ਲਿਖਣੇ ਆਏ। ਇਹਨਾਂ ਨੇ ਅੱਗੇ ਕੀ ਚੰਦ ਚਾੜਿਆ ਹੋ? ਨਾਨਕਸਰ ਦੀ ਕਿਹੜੀ ਮਰਜ਼ਾਦਾ ਜੀ? ਲੰਗਰ ਇਹਨਾਂ ਦੇ ਨਹੀਂ ਪੱਕਦਾ, ਨਿਸ਼ਾਨ ਸਾਹਿਬ ਇਹਨਾਂ ਦੇ ਨਹੀਂ। ਇਹਨਾਂ ਦਾ ਗੁਰਦੁਆਰਿਆਂ ਦੇ ਨਾਂ ਹੈ ਠਾਠ, ਤੇ ਠਾਠ ਹੁੰਦੀ ਹੈ ਜਿੱਥੇ ਲੋਕੀ ਐਸ਼ੋ ਇਸ਼ਰਤ ਕਰਦੇ ਆ। ਠਾਠ ਠਾਠ ਪਾਠ, ਠਾਠ ਉਥੋਂ ਨਿਕਲਿਆ ਹੋਇਆ। ਹਾਂ ਠਾਠ, ਇਹਦਾ ਤਾਂ ਸਿੱਖ ਧਰਮ ਨਾਲ ਕੋਈ ਮਤਲਬ ਹੀ ਨਹੀਂ ਰਹਿ ਗਿਆ। ਅੱਛਾ, ਹਾਂ ਕੁਛ ਨਹੀਂ। ਔਰ ਇਹਨਾਂ ਦੀ ਕਿਹੜੀ ਠਾਠ? ਵੈਸੇ ਤੇ ਜੂਨਵਾਲਾ ਜੀ ਜਿੰਨੀਆਂ ਸੰਪਰਦਾਇ ਆ ਸਿੱਖੀ ਦੇ ਵਿੱਚ, ਡੇਰਾਵਾਦ ਜਿਹੜਾ ਪਣਪਿਆ ਆ, ਜਿਹੜਾ ਡੇਰਾਵਾਦ ਪਣਪਿਆ, ਜਿਹੜੇ ਕਾਰ ਸੇਵਾ ਦੇ ਨਾਂ ਤੇ ਬਾਬੇ ਬਣੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਮਰਿਆਦਾ, ਆਪੋ ਆਪਣੀ ਵਿਵੇਕ, ਸਿੱਖੀ ਨਾਲ ਤੇ ਲੈਣਾ ਦੇਣਾ ਕਿਸੇ ਦਾ ਕੁਝ ਵੀ ਨਹੀਂ ਹੈ ਨਾ। ਫਿਰ ਉਹ ਤੇ ਫਿਰ ਉੱਥੇ ਲੋਕ ਜੁੜਦੇ ਆ ਤੇ ਉੱਥੋਂ ਜੋ ਕੁਝ ਗ੍ਰਹਿਣ ਕਰਦੇ ਫਿਰ ਉਹੀ ਸਮਾਜ ਬਣਦਾ ਨਾ ਜੀ। ਉਹ ਰਸਤਾ ਸੌਖਾ ਦੱਸਦੇ ਆ। ਉਹ ਸੌਖਾ ਰਸਤਾ ਦੱਸਦੇ ਆ ਵੀ ਤੂੰ ਪੈਸੇ ਮੇਰੀ ਜੇਬ 'ਚ ਪਾ, ਮੈਂ ਅਰਦਾਸ ਕਰੂੰ। ਤੁਹਾਡੇ ਸਾਹਮਣੇ ਆਪਾਂ ਇੱਥੇ ਅਮਰ ਸਿੰਘ ਬਲੂੰਦੀ ਵਾਲੇ ਦੀ ਐਗਜ਼ਾਮਪਲ ਲੈਂਦੇ ਹਾਂ। ਇਹ ਵੈਨਕੂਵਰ 'ਚ ਵਾਪਰੀ ਹੋਈ ਗੱਲ ਹੈ। ਹਾਂਜੀ, ਕਿਸੇ ਔਰਤ ਨੂੰ ਕੈਂਸਰ ਦੀ ਬਿਮਾਰੀ ਸੀ। ਉਹਨਾਂ ਨਾਲ ਨੇੜਤਾ ਕਰਕੇ ਉਹਦੀ ਪ੍ਰਾਪਰਟੀ ਆਪਦੇ ਨਾਲ ਲਵਾਈ ਤੇ ਕਹਿੰਦਾ ਮੈਂ ਬਾਬੇ ਵੱਡੇ ਬਾਬਾ ਮਤਲਬ ਆਨੰਦ ਜੀ ਪਾਸ ਅਰਦਾਸ ਕਰਾਂਗਾ, ਉਹ ਅਰਦਾਸ ਕਰਕੇ ਤੁਹਾਡੀ ਕੈਂਸਰ ਦੀ ਬਿਮਾਰੀ ਹਟਾ ਦੇਣਗੇ ਤੇ ਤੁਸੀਂ ਆ ਗੋਲੀਆਂ ਗਾਲੀਆਂ ਲੈਣੀਆਂ ਬੰਦ ਕਰ ਦਿਓ। ਜਿਹੜੀਆਂ ਵੀ ਉਹ ਦਵਾਈ ਉਹ ਵਿਚਾਰੀ ਖਾਂਦੀ ਸੀ ਉਹ ਬੰਦ ਕਰਾਤੀ ਤੇ ਉਹ ਪੂਰੀ ਹੋ ਗਈ। ਬਾਬਾ ਨਾਨਕ ਸਿੰਘ ਦੀ ਅਰਦਾਸ ਤਾਂ ਪੂਰੀ ਹੋ ਗਈ ਨਾ ਵੀ ਤੂੰ ਮਰ ਛੇਤੀ, ਬੰਦੇ ਸਾਡੇ ਨੂੰ ਪ੍ਰਾਪਰਟੀ ਮਿਲ ਗਈ। ਔਰ ਕੁੜੀ ਸੀ ਉਹਦੀ ਜਿਹੜੀ, ਉਹਨੇ 18 ਸਾਲਾਂ ਦੀ ਹੋ ਕੇ ਜਦੋਂ ਮੈਚਿਓਰ ਹੋਈ ਉਹਨੇ ਕੇਸ ਕੀਤਾ ਵੈਨਕੂਵਰ ਕੋਰਟ ਦੇ ਵਿੱਚ। ਉਹਨੇ ਉਹ ਸਾਰੀ ਪ੍ਰਾਪਰਟੀ ਅਮਰ ਸਿੰਘ ਬਲੂੰਦੀ ਵਾਲੇ ਤੋਂ ਵਾਪਸ ਕਰਵਾਈ। ਕੀ ਬਾਤ ਹੈ, ਐਗਜ਼ਾਮਪਲ ਹੈ ਇੱਥੋਂ ਦੀ। ਇਹ ਇੱਥੇ ਸਾਡੇ ਵੈਨਕੂਵਰ ਦੀ ਗੱਲ ਹੈ। ਤੇ ਕਦੋਂ ਵਾਪਸ ਕਦੋਂ ਹੋਈ ਜੀ? ਇਹ 4-5 ਸਾਲ ਦੀ ਪੁਰਾਣੀ ਗੱਲ ਹੈ ਵਾਪਸ ਹੋਣੀ। ਇਹ 15 ਸਾਲ ਪਹਿਲਾਂ ਉਹ ਔਰਤ ਨੂੰ, ਜਾਂ 10-12 ਸਾਲ, ਹੁਣ ਮੈਂ ਉਹ ਡੇਟਾ ਨਹੀਂ ਮੈਨੂੰ ਯਾਦ, ਪਰ ਮੈਂ ਇਹ ਖਬਰਾਂ ਪੜ੍ਹੀਆਂ। ਪਰ ਭਾਰਤ ਦੇ ਕਾਨੂੰਨ ਮੁਤਾਬਕ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਇੱਕ ਵਾਰੀ ਰਿਲੀਜੀਅਸ ਪਲੇਸ ਨੂੰ ਆਪਣੀ ਚੀਜ਼ ਟ੍ਰਾਂਸਫਰ ਕਰ ਦਿੰਦੇ ਹੋ, ਫਿਰ ਤੁਹਾਡਾ ਵਾਪਸੀ ਦਾ ਅਧਿਕਾਰ ਤੁਹਾਡੀ ਨਾਲ ਆਦ ਕੋ ਨਾ ਕਿਸੇ ਕੋ ਰਹਿੰਦਾ। ਉਹਨੇ ਉਹਦੇ ਤੋਂ ਕੀ ਲਿਖਵਾਇਆ ਸੀ, ਕੀ ਨਹੀਂ ਲਿਖਵਾਇਆ ਸੀ। ਅਮਰ ਸਿੰਘ ਬਲੂੰਦੀ ਨੂੰ ਮੈਂ ਹੋਰ ਐਗਜ਼ਾਮਪਲ ਦੇ ਦੇਣਾ ਜੀ। ਹਰਦੇਵ ਸਿੰਘ ਸ਼ੇਰਗਿੱਲ ਰੋਜ਼ਵਿਲ ਗੁਰਦੁਆਰਾ ਅਮਰ ਸਿੰਘ ਬਲੂੰਦੀ ਨੇ ਉਹਨਾਂ ਤੋਂ $1.5 ਲੱਖ ਲੈ ਕੇ ਬਣਾ ਲਿਆ, ਕਿਉਂਕਿ ਉਹਨਾਂ ਦੀ ਜਿਹੜੀ ਵਾਈਫ ਸੀ ਉਹ ਇਹਨਾਂ ਦੀ ਚੇਲੀ ਸੀ। ਉਹਦੀ ਮਦਰ ਦੇ ਜਦੋਂ ਡੈਥ ਦਾ ਭੋਗ ਕਰਵਾਇਆ ਤਾਂ ਉਦੋਂ ਅਮਰ ਸਿੰਘ ਬਲੂੰਦੀ ਨੇ ਕਿਹਾ ਜੀ ਆਪਾਂ ਇੱਥੇ ਗੁਰਦੁਆਰਾ ਖੋਲ੍ਹ ਲਈਏ। ਹੁਣ ਉਹਦੇ ਕੋਲ ਪੈਸੇ ਚੰਗੇ ਸੀਗੇ, ਉਹ ਇੰਸ਼ੋਰੈਂਸ ਏਜੰਟ ਸੀਗਾ ਤੇ ਪਹਿਲਾਂ ਉਹਨੂੰ ਤਨਖਾਹ ਆਪਣਾ ਉਹ ਟੀਚਰ ਆਪਣਾ ਜਿਓਗ੍ਰਾਫੀ ਦਾ ਟੀਚਰ ਵੀ ਸੀਗਾ ਇੱਥੇ। ਪਹਿਲਾਂ ਆਪਣੇ ਸੈਨਿਕ ਸਕੂਲ ਦਿੱਲੀ ਵੀ ਪੜ੍ਹਾਉਂਦਾ ਰਿਹਾ ਸੀ, ਫਿਰ ਇੱਥੇ ਆ ਕੇ BC ਦੇ ਵਿੱਚ ਪੜ੍ਹਾਇਆ। ਉੱਧਰ ਅਮਰੀਕਾ 'ਚ ਉਹਦੇ ਕੋਲ ਪੈਸੇ ਚੰਗੇ ਸੀ, ਉਹਨੇ $50,000 ਦਾ ਚੈੱਕ ਲਿਖਤਾ, ਥੱਲੇ ਡੋਨੇਸ਼ਨ ਨਹੀਂ ਲਿਖੀ, ਲੋਨ ਲਿਖਤਾ। ਅੱਛਾ ਜੀ, ਚੈੱਕ ਦੇਤਾ, ਕੋਈ ਐਗਰੀਮੈਂਟ ਨਹੀਂ, ਕੁਛ ਨਹੀਂ। 2-3 ਦੇਤੇ, ਉਹਨਾਂ ਨੇ ਗੁਰਦੁਆਰਾ ਬਣਾ ਲਿਆ। ਜਦੋਂ ਉਹਨੇ ਵੇਖਿਆ ਵੀ ਇਹ ਤਾਂ ਇਹਦਾ ਨਾ ਤਾਂ ਸਿੱਖੀ ਨਾਲ ਸੰਬੰਧ ਹੀ ਕੋਈ ਨਹੀਂ, ਉਹਨੇ ਕੇਸ ਕੀਤਾ। ਗੁਰਦੁਆਰਾ ਅਮਰ ਸਿੰਘ ਬਲੂੰਦੀ ਨੇ ਛੱਡਿਆ
ਗੁਰਦੁਆਰਾ ਚੱਲਦਾ ਛੱਡਿਆ। ਇਹ ਮੇਰੇ ਸਾਹਮਣੇ ਅੱਖਾਂ ਦੇ। ਤੇ ਉਹ ਇਹ ਜਿਹੜੀ ਹੈਗੀ ਆ ਨਾਨਕਸਰ ਸੰਪਰਦਾਇ ਉਹਦੇ ਨੇ ਉਹ ਹਾਂ ਅਮਰ ਸਿੰਘ ਬਲੂੰਦੀ ਹੋਇਆ। ਇਹ ਜਿਹੜਾ ਆਪਣੇ ਆਹ ਬਰੈਂਪਟਨ ਦੇ ਵਿੱਚ ਬੈਠੇ ਆ ਆਪਣੇ ਸੰਗਤ ਭਾਈ ਕੀ ਸਮਾਧ ਵਾਲਾ ਪਾਟੜਾ ਗੁਰਦੇਵ ਸਿੰਘ, ਇਹ ਸਾਰੇ ਉਹ। ਅੱਛਾ, ਇੱਕ ਸਰ ਮੈਂ ਇਹ ਵੀ ਚਲੋ ਹੁਣ ਪੁੱਛ ਲਾਂ, ਇੱਧਰ ਆਏ ਤੇ ਇਹ ਕੋਈ ਚੇਨ ਆ ਕਿ ਜਿੱਦਾਂ ਵੀ ਇੱਥੇ ਕਿਸੇ ਬਾਬਾ ਜੀ ਦਾ ਹੈਗਾ ਗੁਰਦੁਆਰਾ, ਦੂਜੇ ਥਾਂ ਦੂਜੇ ਦਾ, ਤੀਜੇ ਮਾਲਕੀ ਉਹਨਾਂ ਦੀ ਆਪੋ ਆਪਣੀ ਆ, ਜਾਂ ਇਹ ਜਿਹੜੀ ਨਾਨਕਸਰ ਕਲੇਰਾਂ ਦਾ ਕੁਝ ਇਦਾਂ ਦਾ ਸਿਸਟਮ? ਇਹ ਨਾ ਫਰੈਂਚਾਈਜ਼ ਕਹਿਣਾ ਹੁੰਦਾ ਮੈਂ ਇਹਨੂੰ। ਹਾਂਜੀ, ਇਹ 21 ਕਿਸਮ ਦੇ ਆ। ਅੱਛਾ, ਇੱਕ ਸਾਧ ਦੇ ਚੇਲੇ 3 ਹੋਣਗੇ, 2 ਹੋਣਗੇ, ਉਦੋਂ ਬਾਅਦ 3 ਸ਼ਾਖਾਂ ਬਣਨੀਆਂ। ਹੁਣ 3 ਬੰਦਿਆਂ ਦਾ ਨਾਨਕਸਰ ਜਿਹੜਾ ਮੁੱਢ ਹੈ ਇਹਨਾਂ ਦਾ, ਆਪਣੇ ਕੌਂਕੇ ਕਲਾਂ ਦੇ ਢੁੱਡੀ ਕੇ ਮੱਦੋ, ਇਹਨਾਂ ਦੇ ਸਾਰੇ ਦੇ ਵਿਚਕਾਰ ਜਿਹੜਾ ਉੱਥੇ ਜਗਰਾਵਾਂ ਤੋਂ ਅੱਗੇ ਜਾ ਕੇ, ਨਹੀਂ ਜਗਰਾਵਾਂ ਤੋਂ ਸੱਜੇ ਹੱਥ ਪਹਿਲਾਂ ਪੈਂਦਾ। ਹਾਂਜੀ, ਇਹ ਆਪਣੇ ਚੂੜ ਚੱਕ ਇਹਨਾਂ ਪਿੰਡਾਂ ਦੇ ਕੋਲੇ ਹੈ। ਮੈਂ ਵਿੱਚ ਦੀ ਲੱਗਦਾ ਜੀ ਨਾਨਕਸਰ ਕਲੇਰਾਂ ਸ਼ਾਇਦ ਕਹਿੰਦੇ ਆ, ਕਲੇਰਾਂ ਕਰਕੇ। ਹਾਂਜੀ, ਉੱਥੇ ਇੱਕ ਹਰੀਕੇ ਪੱਤਨ ਦੇ ਉੱਤੇ ਵੀ ਬਹੁਤ ਵੱਡਾ ਹੈਗਾ। ਉਹ ਤਾਂ ਬਾਅਦ ਦੀ ਗੱਲ ਨਹੀਂ, ਇਹ ਮੁੱਢ ਹੈ। ਅੱਛਾ ਜੀ, ਇੱਥੇ 3 ਬੰਦਿਆਂ ਦਾ ਕਬਜ਼ਾ ਹੈ, ਤੇ ਜਿਹੜਾ ਇੱਕ ਸਾਧ ਮਰੂ ਉਹਦੇ 2-3 ਚੇਲੇ ਹੋਰ ਆ। ਹੁਣ 9 ਬੰਦਿਆਂ ਦਾ ਕਬਜ਼ਾ ਹੋ ਨਹੀਂ ਸਕਦਾ, ਫਿਰ ਉਹ 3 ਅੱਡ ਆਪਣੀਆਂ ਹੋਰ ਸ਼ਾਖਾਵਾਂ ਖੋਲ੍ਹਦੇ। ਨਹੀਂ, ਮੇਰਾ ਸਵਾਲ ਇਹੀ ਸੀਗਾ ਵੀ ਜਿੱਦਾਂ ਸਿੱਖੀ ਦੇ ਵਿੱਚ ਆ ਕਿ ਨੇ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਗੁਰਦੁਆਰੇ, ਇਤਿਹਾਸਕ ਗੁਰਦੁਆਰੇ ਆ, ਤੇ ਇੱਕ ਪਰੰਪਰਾ ਵਾ ਉਹਦੇ ਵਿੱਚ ਹੋ ਗਈ ਜਿਹੜੀ ਨਾਨਕਸਰੀਆਂ ਦੀ ਪਰੰਪਰਾ ਵਾ। ਕੀ ਇਹਨਾਂ ਦਾ ਕੋਈ ਹੈੱਡਕੁਆਟਰ ਆ ਜਾਂ ਮਾਲਕੀਆਂ ਆਪੋ ਆਪਣੀਆਂ? ਮਾਲਕੀਆਂ ਇਹਨਾਂ ਦੀਆਂ ਆਪੋ ਆਪਣੀਆਂ। ਮੇਰੇ ਸਹੁਰੇ ਪਿੰਡ ਵੀ ਇੱਕ ਜਿਹੜਾ ਲੀਲਾ ਢੱਕਣ ਚੁੱਕਦੇ ਵਾਲੀਆਂ ਖਬਰਾਂ, ਜੋਨੀ ਬਾਬਾ ਖਾਨਵਾਦੀ ਬੈਠਾ, ਜੋਨੀ ਬਾਬਾ। ਹਾਂ, ਜੋਨੀ ਬਾਬਾ। ਹਾਂਜੀ, ਹਾਂ, ਮੈਂ ਉਹਨੂੰ ਮਿਲ ਚੁੱਕਿਆ ਜੀ। ਉਹਨੂੰ ਕੱਖ ਵੀ ਨਹੀਂ ਆਉਂਦਾ ਸਿੱਖੀ ਬਾਰੇ। ਲੋਕੀ ਜੇ ਔਰਤਾਂ ਪੰਜਾਬ ਦੀਆਂ ਸਮਝ ਜਾਣ, ਮੁਆਫ ਕਰਨਾ, ਮੈਂ ਔਰਤਾਂ ਦੇ ਵਿਰੋਧ 'ਚ ਨਹੀਂ ਹੈ, ਇਹਨਾਂ ਦੇ ਡੇਰੇ ਉਸੇ ਦਿਨ ਬੰਦ ਹੋ ਜਾਣਗੇ। ਡੇਰੇ ਚੱਲਦੇ ਹੀ ਔਰਤਾਂ ਦੇ ਸਿਰ ਤੇ ਆ। ਨਹੀਂ, ਬੰਦੇ ਵੀ ਬਥੇਰੇ ਜਾਂਦੇ ਆ ਜੀ। ਉਹ ਘਰਦਿਆਂ ਦੀ ਕਈ ਮਜਬੂਰੀ ਬਸ ਹੋ ਕੇ ਚੱਲਦੇ ਆ। ਘਰਦੇ ਉਹ ਡਰਦੇ, ਘਰਦਿਆਂ ਤੋਂ ਡਰਦੇ ਚੱਲਦੇ। ਮੈਂ ਤੁਹਾਨੂੰ ਇੱਥੇ ਦੀ ਐਗਜ਼ਾਮਪਲ ਦਿੰਦਾ। ਜਿਸ ਦਿਨ ਢੱਡਰੀਆਂ ਵਾਲਾ ਪਹਿਲੀ ਵਾਰ ਆਇਆ ਨਾ 2004, ਜੀ, ਚੇਨੀਆਂ ਪਈਆਂ ਸੀ ਲੋਕਾਂ 3 ਜਾਂ 4 ਦੇ ਆਸ-ਪਾਸ ਆਇਆ, ਹਾਂਜੀ ਹਾਂਜੀ, ਤੇ ਸੜਕਾਂ ਬੰਦ ਹੋ ਗਈਆਂ ਸੀ। ਅੱਛਾ, 3-4 ਚ ਹਾਂ, ਮੈਂ ਰੋਡ ਲਿੰਕ ਨਾਲ ਕੰਮ ਕਰਦਾ ਸੀ। ਜਗਦੀਪ ਉਹਨੂੰ ਕਹਿੰਦੇ, ਜੈਗ ਕਹਿੰਦੇ ਸ਼ਾਰਟ ਨੇਮ ਕਰਕੇ। ਉਹਨੇ ਮੈਨੂੰ ਦੱਸਿਆ, ਅੰਕਲ ਜੀ ਕਹਿੰਦਾ ਮੇਰੀ ਵਾਈਫ ਉਹਨੂੰ ਵੇਖਣ ਜਾਣਾ ਚਾਹੁੰਦੀ, ਤੇ ਮੈਂ ਉਹਨੂੰ ਕਿਹਾ ਵੀ ਆਪਣੇ 2 ਬੱਚੇ ਆ, ਇੱਕ ਨੂੰ ਨਾਲ ਲੈ ਜਾ, 2 ਟੈਚੀ ਕੇਸ ਭਰ। ਸੁਣਦੇ ਹੋਣਗੇ, ਇੱਥੇ ਬਰੈਂਪਟਨ 'ਚ ਹੀ ਰਹਿੰਦੇ ਆ। ਅੱਛਾ, ਕਹਿੰਦਾ ਮੋੜ ਕੇ ਤੂੰ ਘਰੇ ਨਹੀਂ ਆਉਣਾ। ਅੱਛਾ, ਜਿਹੜੇ ਬੱਚੇ ਨੂੰ ਮਰਜ਼ੀ ਲੈ ਜਾ ਚੱਕ ਕੇ, ਤੇ ਟੈਚੀ ਕੇ ਜਿੰਨੇ ਕੱਪੜੇ ਚੱਕਣੇ ਚੱਕ, ਤੇ ਤੂੰ ਉਹਨੂੰ ਵੇਖ, ਮੇਰੇ ਘਰੇ ਮੁੜ ਕੇ ਨਹੀਂ ਆਉਣਾ। ਇਹ ਉਹਦੇ ਲਫ਼ਜ਼ ਆ ਜਿਹੜੇ ਉਹਨੇ ਮੈਨੂੰ ਪਰਸਨਲੀ ਕਹੇ ਸੀ। ਇਸ ਤਰ੍ਹਾਂ ਹਟਣਗੀਆਂ। ਤੇ ਨਹੀਂ ਤਾਂ ਮੇਰੇ ਵਰਗਾ ਵਾਈਫ ਅੱਗੇ ਤੇ ਮੈਂ ਵੀ ਪਿੱਛੇ ਝੋਲਾ ਚੱਕ ਕੇ ਮੈਂ ਤੁਰਿਆ ਹੁਣਾ। ਨਹੀਂ, ਇਹ ਐਗਜ਼ਾਮਪਲਾਂ ਹੁੰਦੀਆਂ ਨੇ ਬਹੁਤ ਰੇਅਰ ਸਾਡੇ ਸਮਾਜ 'ਚ, ਪਰ ਹੁੰਦਾ ਉਲਟੇ ਆ ਕਿ ਜਿੱਦਾਂ ਤੁਸੀਂ ਦੱਸਿਆ ਨਾ ਕਿ ਟਰੱਕਿੰਗ ਕੰਪਨੀ ਦਾ ਮਾਲਕ ਆ, ਜੇ ਉਹਦਾ ਪਰਿਵਾਰ ਕਿਸੇ ਬਾਬੇ ਨੂੰ ਮੰਨਦਾ ਨਾ, ਜਿਹੜੇ ਉਹਦੇ ਕੋਲ ਡਰਾਈਵਰ ਕੰਮ ਕਰਦੇ ਆ, ਤੇ ਉਹ ਵੇਖਾ ਵੇਖੀ ਉਧਰ ਤੁਰ ਪੈਂਦੇ। ਮੈਂ ਤੁਹਾਨੂੰ ਬਾਦਲ ਪਰਿਵਾਰ ਦੀ ਗੱਲ ਦੱਸਦਾ। ਸਾਡੇ ਤੋਂ ਗਲਵਾਲੀ ਗੇਟ ਇੱਕ ਬਾਬਾ ਅੰਮ੍ਰਿਤਸਰ ਦੇ, ਪਤਾ ਨਹੀਂ ਉਹਨਾਂ ਦਾ ਨਾਂ ਤੇ ਮੈਨੂੰ ਹੁਣ ਯਾਦ ਨਹੀਂ ਆ, ਬਾਦਲ ਪਰਿਵਾਰ ਉਹਨਾਂ ਨੂੰ ਮੰਨਦਾ, ਫਿਰ ਮਜੀਠੀਆ ਪਰਿਵਾਰ ਮੰਨਦਾ। ਉਹਨਾਂ ਦੀ ਗਾਂ ਜਿਹੜੀ ਫੌਜ ਆ ਨਾ ਜੀ, ਭਾਵੇਂ ਕੋਈ ਸਿਕਿਉਰਿਟੀ ਗਾਰਡ ਆ, ਭਾਵੇਂ ਉਹਨਾਂ ਦੇ, ਤੇ ਕਈ ਵਾਰ ਆਪਣਾ ਕੰਮ ਲੈਣ ਲਈ ਉਹ ਬਾਬੇ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਆ ਕਿ ਮਜੀਠੀਏ ਕੋ ਕੰਮ ਲਵਾਂਗੇ, ਸੁਖਬੀਰ ਨਾਲ ਕੋ ਕੰਮ ਲਾਂਗੇ, ਬਾਬਾ ਜੀ ਨੇ ਹੁਕਮ ਕੀਤਾ ਸੀ ਤੁਸੀਂ ਆ ਕਰ ਦਿਓ। ਆਪਣੇ ਸਬਜੈਕਟ ਤੋਂ ਪਾਸੇ ਚਲੇ ਗਏ, ਪਰ ਮੈਂ ਤੁਹਾਨੂੰ ਦਿੱਲੀ ਇੰਦਰਾ ਗਾਂਧੀ ਦੀ ਗੱਲ ਸੁਣਾਉਣਾ। ਹਾਂ, ਜਿਹੜੇ ਉਹਨਾਂ ਦੇ ਖਾਸ ਬੰਦਿਆਂ ਨੇ ਮੈਂ 13 ਸਾਲ ਦਿੱਲੀ ਰਿਹਾ ਜੀ, 11 ਸਾਲ ਉਹਦੇ ਚੋਂ ਬਿਜ਼ਨਸ ਕੀਤਾ। ਇੰਦਰਾ ਗਾਂਧੀ ਨੇ ਜਦੋਂ ਤਾਂਤਰਿਕ ਚੰਦਰਾ ਸਵਾਮੀ ਦੇ ਗੋਡੀ ਹੱਥ ਲਾਤੇ, ਤੇ ਕਿਸੇ ਨੇ ਕਿਹਾ ਤੁਸੀਂ ਤਾਂ ਪ੍ਰਾਈਮ ਮਿਨਿਸਟਰ ਹੋ। ਕਹਿੰਦੀ ਮੈਨੂੰ ਇੱਕ ਬੰਦੇ ਦੇ ਪੈਰੀਂ ਹੱਥ ਲਾਉਣਾ ਸੌਖਾ ਹੈ, 30,000 ਬੰਦੇ ਦੇ ਪੈਰੀਂ ਹੱਥ ਨਹੀਂ ਲਾ ਸਕਦੀ। ਜਿਹੜੇ ਉਹਦੇ ਨਾਲ ਦੇ ਹੁੰਦੇ ਉਹ ਵੇਖਾ ਵੇਖੀ ਵੋਟਾਂ ਇੱਧਰ ਪਾਉਂਦੇ। ਗੱਲ ਮਸਲਾ ਵੋਟਾਂ ਦਾ ਹੈ, ਭਰਮ 'ਚ ਪਾਉਣਾ ਲੋਕਾਂ ਨੂੰ। ਔਰ ਉਹਨੇ ਅੱਗ, ਪਤਾ ਕੀ ਹੋਇਆ ਸੀ ਵੀ ਉਹ ਪੈਰੀਂ ਹੱਥ ਲਾਉਣ ਵਾਸਤੇ ਉਹ ਕਹਿੰਦਾ ਸੀ ਵੀ ਮੈਂ ਅੱਜ ਹਵਨ ਕਰੂੰਗਾ, ਪਵਿੱਤਰ ਅਗਨੀ ਪੈਦਾ ਕਰੂੰਗਾ, ਪਵਿੱਤਰ ਅਗਨੀ। ਹੁਣ ਭਰਮ 'ਚ ਪੈ ਗਏ। ਅਗਨੀ ਤਾਂ ਅਗਨੀ ਹੁੰਦੀ ਹੈ, ਪਵਿੱਤਰ ਕੀ ਹੋਇਆ ਉਹਦੇ 'ਚ ਵੀ ਨਹੀਂ ਆ ਤੁਹਾਡੀਆਂ ਮੱਚਸਣਾ ਨਹੀਂ। ਉਹਨੇ ਕੀ ਕੀਤਾ, ਗਲੈਸਰੀਨ ਪੇਪਰਾਂ 'ਤੇ ਲਾਤੀ, ਤੇ ਉੱਤੇ ਲਾਲ ਦਵਾਈ ਛਿੜਕੀ, ਤੇ ਉਹਦੇ ਰਿਐਕਸ਼ਨ ਹੋਣਾ ਤੇ ਅੱਗ ਪੈਦਾ ਹੋਣੀ ਹੋਣੀ ਹੈ। ਇਹ ਉਹਦਾ ਸੀ ਉਹ ਕੈਮੀਕਲ ਰਿਐਕਸ਼ਨ। ਉਹ ਤੇ ਕਈ ਇੱਥੇ ਹੁਣ ਤਰਕਸ਼ੀਲ ਵੀ ਦਿਖਾਉਂਦੇ ਆ ਕਿ ਇੱਕ ਪਾਊਡਰ ਹੁੰਦਾ, ਗੜਵੀ 'ਚ ਐਂ ਕਰਦੇ ਤੇ ਚੋਂ ਅੱਗ ਨਿਕਲਦੀ ਹੈ, ਫਾਸਫੋਰਸ ਨੂੰ ਅੱਗ ਲੱਗ ਜਾਂਦੀ ਹੈ ਜੀ। ਉਹਨੇ ਕੀ ਕੀਤਾ ਕਿ ਜੇ ਮੈਂ ਐਸਿਡਾਂ ਤੇ ਸ਼ਾਇਦ ਉਦੋਂ ਹੀ ਅੱਗ ਲੱਗ ਜੇ, ਨਹੀਂ ਉਹ ਥੋੜੇ ਜਿਹੇ ਟਾਈਮ ਲੈ ਕੇ ਵੀ ਲੱਗਣੀ ਚਾਹੀਦੀ ਹੈ ਨਾ। ਗਲੈਸਰੀਨ ਪੇਪਰਾਂ ਨੂੰ ਲੱਗੀ ਹੈ,
ਇਧਰੋਂ ਉਹਨੇ ਉਹ ਜਿਹਨੂੰ ਆਪਾਂ ਖੂਹਾਂ 'ਚ ਪਾਉਣ ਵਾਲੀ ਦਵਾਈ, ਲਾਲ ਦਵਾਈ ਕਹਿੰਦੇ ਆ, ਉਹ ਸਿੱਟੀ ਪੋਟਾਸ਼ ਤੇ ਉਹਦਾ ਰਿਐਕਸ਼ਨ ਹੋ ਕੇ ਤੇ ਅੱਗ ਲੱਗ ਗਈ, ਭਰਮ 'ਚ ਪੈ ਗਈ। ਤੇ ਗੁਰਬਾਣੀ ਕੀ ਕਹਿੰਦੀ? ਭਰਮੇ ਭੂਲਾ ਦਹਿ ਦਸਤਾਵਾ, ਵੀ ਇੱਧਰ ਉੱਧਰ ਬੰਦਾ ਭਟਕਦਾ ਫਿਰਦਾ ਹੈ। ਫਿਰ ਉੱਥੇ ਇਹਦੇ ਨਾਲ ਵੀ ਡਰ ਜੁੜਿਆ ਹੋਇਆ, ਕਿਉਂਕਿ ਉਹਨੂੰ ਇਹ ਸੀ ਵੀ ਮੈਂ ਵੋਟਾਂ 'ਚ ਕਿਤੇ ਹਾਰ ਨਾ ਜਾਵਾਂ, ਇੱਕ ਬਾਬੇ ਦੇ ਪੈਰੀਂ ਹੱਥ ਲਾਵਾਂ। ਬਾਦਲ ਪਰਿਵਾਰ ਕਦੇ ਕਿਸੇ ਇੱਕ ਬੰਦਾ ਜਾਂ ਸਾਧੜੇ ਜਿਹਦੇ ਕੋਲੇ ਬੈਠੇ ਪਾਉਂਦੇ, ਉਹ ਨਾ ਇਹ ਪਤਾ ਲੱਗਦਾ ਵੀ ਉਹ ਬੁੜੀ ਹੈ, ਨਾ ਉਹਦਾ ਪਤਾ ਲੱਗਦਾ ਇਹ ਬੰਦਾ ਹੈ। ਉਹ ਹਾਰ ਸ਼ਿੰਗਾਰ ਔਰਤਾਂ ਦੀ ਤਰ੍ਹਾਂ ਕਰ ਕੀਤਾ ਹੋਇਆ। ਤੁਸੀਂ ਵੀ ਦੇਖੇ ਹੋਣੀਆਂ ਫੋਟੋਆਂ ਫੇਸਬੁੱਕ ਤੇ ਤੁਰੀਆਂ ਫਿਰਦੀਆਂ। ਉਹ ਦੂਜਾ ਬਾਬਾ ਹੋਣਾ ਨਾ, ਜਿਹਨੂੰ ਕਹਿੰਦੇ ਜੈਂਡਰ ਦੂਜਾ ਹੋਣਾ, ਪਤਾ ਨਹੀਂ ਜੀ ਕੌਣ ਕਿਹੜੇ ਬਾਬੇ, ਮੈਂ ਤਾਂ ਇਹਨਾਂ ਤੋਂ ਵੇਖਦਾ ਨਹੀਂ ਕੁਝ, ਪਰ ਕਿਤੇ ਨਾ ਨਹੀਂ ਥਰਡ ਜੈਂਡਰ ਹੋਣਾ ਨਾ, ਜਦ ਖੁਸਰੇ ਕਿਨੇ ਪੰਜਾਬੀ ਚ ਆਪਾਂ, ਪਤਾ ਨਹੀਂ ਜੀ, ਪਤਾ ਨਹੀਂ ਕੌਣ। ਮਤਲਬ ਭਰਮੇ ਭੂਲਾ ਦਹਿ ਦਸਤਾਵਾ, ਭਰਮ ਭੁਲਾਣਾ ਅੰਧਲਾ ਫਿਰ ਆਵਾ ਜਾਏ। ਗੁਰਬਾਣੀ ਇਹਨਾਂ ਸਾਰੀਆਂ ਗੱਲਾਂ ਨੂੰ ਬੜੇ ਤਰੀਕੇ ਨਾਲ ਕੱਟਦੀ ਹੈ, ਪਰ ਅਸੀਂ ਇੱਕ ਦਿਨ ਜਾ ਕੇ ਪੜ੍ਹਦੇ ਹੀ ਨਹੀਂ ਕਿਤੇ। ਮੈਂ ਤਾਂ ਜਿੰਨੇ ਸਰੋਤਾ ਜਨਾਂ ਸਾਰਿਆਂ ਨੂੰ ਇਹ ਕਹਿਣਾ ਹੁੰਦਾ, ਹੋਰ ਕੁਝ ਨਹੀਂ ਕਹਿੰਦਾ, ਬਈ ਭਰਾਵੋ ਇੱਕ ਪੇਜ ਪੜ੍ਹ ਲਓ, ਇੱਕ ਸ਼ਲੋਕ ਪੜ੍ਹ ਲਓ। ਜੇ ਤੁਹਾਨੂੰ ਪਹਿਲੀ ਵਾਰ ਇਹਦਾ ਨਹੀਂ ਪਤਾ ਲੱਗਦਾ, ਇਹ 3-4 ਮਹੀਨਿਆਂ ਦੀ ਪ੍ਰੈਕਟਿਸ ਦੇ ਬਾਅਦ ਅੱਖਰ ਉਹੀ ਮੁੜ ਆਉਂਦੇ ਆ, ਉਹੀ ਬੋਲੀ ਹੈ, ਉਹੀ ਅੱਖਰ ਮੁੜ ਆਉਣੇ ਆ। ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਚੁੱਕ ਲਓ। ਉਹ ਜੇ ਨਹੀਂ ਵੀ ਖਰੀਦਣਾ ਤੇ ਗੁਰੂ ਗ੍ਰੰਥ ਦਰਪਣ.com GURUGRANTHDARPAN.com 3W ਪਹਿਲਾਂ ਪਾ ਕੇ ਸਟਾਪ ਕਰ। ਉਹ ਉਹਨਾਂ ਡਾਕਟਰ ਸਿੰਘ ਦਾ ਆਪਣੇ ਕੈਲੀਫੋਰਨੀਆ ਵਾਲੇ, ਉਹਨਾਂ ਨੇ ਬੜੀ ਮਿਹਨਤ ਨਾਲ ਪੂਰਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਪਹਿਲਾਂ ਤਾਂ ਉਹ ਟਾਈਪ ਕੀਤਾ, ਫਿਰ ਅਰਥ ਕੀਤੇ ਆ। ਮੇਰਾ ਖਿਆਲ 10,000 ਪੰਨਾ ਹੋਏਗਾ। ਠੀਕ ਹੈ, ਕਿਉਂਕਿ ਨੈਟ ਤੇ ਅਵੇਲੇਬਲ ਹੈ ਸਾਰੀਆਂ ਚੀਜ਼ਾਂ। ਹਾਂਜੀ, ਨੈਟ ਤੇ ਪਿਆ ਹੋਇਆ, ਕੋਈ ਪੈਸਾ ਲਾਉਣ ਦੀ ਲੋੜ ਨਹੀਂ। ਕਿ ਕੋਈ ਇਹਦੇ ਤੇ ਕੋਈ ਪੇਜ ਪਾ ਲਓ, ਕਿਤੋਂ ਵੀ ਨਿਕਲਿਆ ਕਿ ਉਹਨੇ ਤੁਹਾਡੇ ਗੁਰਬਾਣੀ ਬੰਦੇ ਨੂੰ ਡਰ ਚੋਂ ਬਾਹਰ ਕੱਢਦੀ ਹੈ। ਤੇ ਜੇ ਡਰ ਚੋਂ ਬਾਹਰ ਨਿਕਲੀਏ ਤਾਂ ਫਿਰ ਭਾਈ ਬਚਿੱਤਰ ਸਿੰਘ ਹਥਣੀ ਦੀ ਅੱਖ 'ਚ ਦਲੇਰ ਹੋ ਕੇ ਅੱਖ ਦੇ ਵਿੱਚ ਵੀ ਬਰਛੀ ਮਾਰ ਸਕਦਾ ਹੈ। ਅੱਛਾ ਜੂਨ ਵਾਲਾ ਜੀ, ਮੈਨੂੰ ਹੁਣ ਇੱਕ ਸਮਝਾਓ ਚੀਜ਼। ਹਾਂਜੀ, ਇਹ ਜਿਹੜੇ ਜਿੱਦਾਂ ਹੁਣ ਟੂਣੇ ਟਮਾਨ ਨੇ, ਜਾਂ ਜਿਹੜੀਆਂ ਚਲੋ ਹੱਥ ਹੁੱਥ ਵੇਖਣਾ ਤੇ ਆ ਹਿੰਦੂ ਰੋ ਰੀਤਾਂ ਚੋਂ ਆਇਆ, ਪੰਡਤਾਂ ਨੇ ਬਣਾਇਆ, ਜਿਹੜੇ ਆ ਨੇ ਉਹ ਸੰਧੂਰ ਲਾਤਾ, ਬੱਕਰਾ ਵੜਤਾ, ਉਹ ਲਹੂ ਲਾਤਾ, ਤੇ ਇਸ ਤਰ੍ਹਾਂ ਦੇ ਤੰਤਰ ਮੰਤਰ ਨੇ, ਇਹ ਕੀ ਜਿਹੜੇ ਇਸਲਾਮ ਦੇ ਵਿੱਚ ਡੇਰੇ ਨੇ ਗ੍ਰੀਨ ਜਿਹੜੇ ਪਾ ਕੇ ਬੈਠੇ ਹੁੰਦੇ ਚੋਲੇ ਬਾਬੇ, ਉਹਨਾਂ ਦੀ ਦੇਣ ਆ ਜਾਂ ਕਿੱਥੋਂ ਆਏ ਆ ਸਾਡੇ 'ਚ? ਸਿੱਖੀ ਦਾ ਤੇ ਕੋਈ ਮੂਲ ਸਿਧਾਂਤ ਹੈ ਨਹੀਂ ਇਹ। ਮੈਂ ਜਰਮਨ ਰਿਹਾ, ਤੇ ਜਰਮਨ 'ਚ ਅਸੀਂ 2 ਗੋਰੇ ਸੀ ਮੇਰੇ ਨਾਲ ਜਰਮਨ, ਤੇ ਅਸੀਂ ਜਰਮਨ ਤੋਂ ਬਾਈ ਰੋਡ ਕਠਮੰਡੂ ਤੱਕ ਟਰੈਵਲ ਕੀਤਾ। ਅੱਛਾ ਜੀ। ਜਰਮਨ ਦੇ ਵਿੱਚ ਤਾਂ ਮੈਨੂੰ ਰਾਹਾਂ ਦੇ ਦੌਲੇ ਬਦੌਲੇ ਜਾਂ ਉੱਥੇ ਹਾਈਵੇ ਬਣਿਆ ਸੀ, ਛੋਟੀਆਂ ਸੜਕਾਂ ਤੇ ਗਏ ਨਹੀਂ। ਮੈਂ ਤੁਹਾਨੂੰ ਐਵੇਂ ਕਹਾਂ, ਜਰਮਨ 'ਚ ਵੀ ਪਾਮਿਸਟ ਬੈਠੇ ਆ ਹੱਥ ਵੇਖਣ ਵਾਲੇ। ਅੱਛਾ। ਅੱਗੇ ਅਸੀਂ ਯੂਗੋਸਲਾਵੀਆ 'ਚ ਆਇਆ, ਆਸਟਰੀਆ ਟੱਪ ਕੇ, ਤੇ ਯੂਗੋਸਲਾਵੀਆ ਦੇ ਵਿੱਚ ਅਸੀਂ ਜਾਣਾ ਸੀ ਅੱਸੀ ਸ਼ੋਰ ਨੂੰ। ਉੱਥੇ ਵੀ ਆਪਾਂ ਜਿਹੜਾ ਆਪਣਾ ਹੈਗਾ ਕੈਂਪਿੰਗ ਪਲੇਸ, ਉੱਥੇ 2 ਦਿਨ ਰਵਾਂਗੇ, ਨਾਲੇ ਸਮੁੰਦਰ ਦੇ ਨਜ਼ਾਰੇ ਦੇਖਾਂਗੇ। ਉੱਥੋਂ ਜਦੋਂ ਅਸੀਂ ਵਾਪਸ ਆਏ ਤਾਂ ਛੋਟੀਆਂ ਸੜਕਾਂ ਤੇ ਮੈਂ ਇਹੀ ਇੱਕ ਛੋਟਾ ਜਿਹਾ 1 ਮਿੰਟ 'ਚ ਕਲੀਅਰ ਕਰ ਦੇਣਾ, ਲੋਕ ਗੱਡੀਆਂ ਨੂੰ ਆਪਣੇ ਇਹ 83 ਦੀ ਗੱਲ ਹੈ, ਹਾਰਸ ਜੋੜ ਕੇ ਤੇ ਮੱਕੀ ਦੀਆਂ ਛੱਲੀਆਂ ਲੱਦ ਕੇ ਜਾ ਰਹੇ ਸੀ। ਤੇ ਅਸੀਂ ਇੱਕ ਨਾ ਝੌਂਪੜੀ ਜਿਹੀ ਐਂ ਬਣੀ ਹੋਈ, ਤੇ ਉੱਥੇ ਰੁਕ ਗਏ, ਤੇ ਉੱਥੇ ਉਹਦੇ ਵਿੱਚ 2 ਮੂਰਤੀਆਂ ਖੜੀਆਂ ਕੀਤੀਆਂ ਸੀ। ਯੂਗੋਸਲਾਵੀਆ ਦੇ ਕੋਲ ਲੋਕ ਜਰਮਨ ਬੋਲੀ ਬੋਲਦੇ, ਤੇ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਹੈ? ਉਹ ਕਹਿੰਦੇ ਜੀ ਇਹ ਸਾਡੇ ਦੇਵੀ ਦੇਵਤੇ ਹੈ। ਤੇ ਮੈਂ ਕਾਹਦੇ ਵਾਸਤੇ? ਕਹਿੰਦਾ ਜੀ ਜੇ ਕੋਈ ਮਾੜੀ ਚੰਗੀ ਹਵਾ ਆਵੇਗੀ ਤਾਂ ਉਹ ਇਹਨਾਂ ਨੂੰ ਵੇਖ ਕੇ ਪਿਛਾਂਹ ਮੁੜ ਜਾਂਦੀ ਹੈ। ਤੇ ਮੈਂ ਕਿਹਾ ਜੇ ਮਾੜੀ ਚੰਗੀ ਹਵਾ ਹੈ ਤੁਹਾਡੀ ਮੂਰਤੀ ਦੇ ਪਿਛਲੇ ਪਾਸੇ ਦੀ ਲੰਘੀ, ਫਿਰ ਕੀ ਕਰੋਗੇ? ਫਿਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਅੰਧ ਵਿਸ਼ਵਾਸ ਸਾਰੀ ਦੁਨੀਆ 'ਚ ਹੈ, ਸਾਰੀ ਦੁਨੀਆ A to Z। ਕੋਈ ਕੈਨੇਡਾ 'ਚ ਵੀ ਇੱਥੇ ਬਥੇਰੇ ਬੈਠੇ ਆ। ਆਪਣੇ ਲੋਕਾਂ ਦੀ ਤਾਂ ਗੱਲ ਹੀ ਛੱਡੋ ਨਾ, ਆਪਣੇ ਲੋਕ ਤਾਂ ਗੁਰਦੁਆਰੇ ਜਾ ਕੇ ਵੀ ਮਾਹਾਂ ਦੀ ਦਾਲ, ਮੋਠਾਂ ਦੀ ਦਾਲ ਤੇ ਕਿੱਲ ਪੱਤਰੀਆਂ ਸੁੱਟੀ ਜਾਂਦੇ ਆ ਵੱਖਰੇ ਵੱਖਰੇ। ਸਾਡੇ ਤੇ ਗੁਰਦੁਆਰੇ ਜੀ ਲੂਣ ਚੜਾਓ, ਝਾੜੂ ਚੜਾਓ, ਮੌਕੇ ਹਟ ਜਾਣਗੇ, ਮਤਲਬ ਇਹੋ ਜਿਹੀਆਂ ਚੀਜ਼ਾਂ। ਬੰਗਲਾ ਸਾਹਿਬ, ਹਾਂਜੀ, ਜੇ ਮੌਕੇ ਹਟਾਉਣੇ ਆ ਤਾਂ ਲੂਣ ਚੜਾਓ, ਬੋਕਰ ਚੜਾਓ। ਇਹ ਹੋਰ ਪੰਜਾਬ 'ਚ ਕੀ ਜਗ੍ਹਾ ਹੈਗਾ? ਮੈਂ ਕਿਹਾ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ। ਹਾਂ। ਜਿਹੜੇ ਵਹਿਮਾਂ ਭਰਮਾਂ ਨੂੰ ਸਾਨੂੰ ਗੁਰਬਾਣੀ ਤੇ ਉਹ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਗੁਰਮਰਿਆਦਾ ਮੁਤਾਬਕ ਉਹਨਾਂ ਨੂੰ ਰੋਕਦੀ ਨਹੀਂ। ਵੀਰ ਜੀ ਬੰਗਲਾ ਸਾਹਿਬ ਨੂੰ ਛੱਡੋ, ਆਪਾਂ ਦਰਬਾਰ ਸਾਹਿਬ ਚੱਲਦੇ ਹਾਂ। ਹਰਿਦੁਆਰ ਦੀ ਹਰ ਕੀ ਪੌੜੀ ਦੇ ਮੁਤਾਬਕ ਉੱਥੇ ਹਰ ਕੀ ਪੌੜੀ ਬਣਾ ਕੇ ਬੈਠੇ ਹੋਏ ਆ। ਜਿਹੜੀ ਦੁੱਖ ਭੰਜਣੀ ਬੇਰੀ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪਰ ਰਾਧੀ ਹੈ ਪੂਰਨ ਸਤਿਗੁਰ ਗਿਆਨ। ਇਸ ਸ਼ਬਦ ਦੇ ਉਲਟ ਦੁੱਖ ਭੰਜਣੀ ਬੇਰੀ ਲੱਗੀ ਹੋਈ ਹੈ। ਔਰ ਦੁੱਖ ਭੰਜਣੀ ਬੇਰੀ ਮੈਂ 67-68 ਦੇ ਵਿੱਚ ਪ੍ਰੈਪ ਨੌਨ ਮੈਡੀਕਲ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਹੈ। ਪੁਰਾਣੇ ਵਾਲੀ ਸੁੱਕੀ ਪਈ ਸੀ। ਮੇਰਾ ਕੰਮ ਸੀ ਨਿੱਤ ਸਵੇਰੇ ਮੇਰੇ ਤਾਇਆ ਜੀ ਸਵੇਰ ਦੀ ਡਿਊਟੀ ਦਿੰਦੇ ਸੀ, ਮੇਰੇ 4 ਕ੍ਰਾਂਤੀਆਂ ਸੀ, ਮੈਂ ਉਹਨਾਂ ਦੇ ਨਾਲ ਜਾਣਾ।
ਸਵੇਰੇ ਮੋਢਾ ਦੇਣਾ ਪਾਲਕੀ ਨੂੰ ਤੇ ਫਿਰ ਪਰੇ ਗਵਾਲਾਂ ਤੋਂ ਦੁੱਧ ਲੈ ਕੇ ਤੇ ਦੂਜੇ ਪਾਸੇ ਦੀ ਹੋ ਕੇ ਮੁੜ ਦੇਣਾ। ਮੈਂ ਹਰ ਰੋਜ਼ ਮੇਰਾ ਮੱਥਾ ਟੇਕਣ ਦਾ ਕੰਮ ਰੈਗੂਲਰ ਹੀ ਸੀ ਸਾਲ ਭਰ। ਹਾਂਜੀ। ਉਹ ਬੇਰੀ ਉੱਥੇ ਲੱਗਦੀ, ਮੈਂ ਆਪ ਵੇਖੀ ਘਰੇ ਆ ਕੇ ਤਾਈ ਨੂੰ ਕਿਹਾ, ਮੈਂ ਕਿਹਾ ਵੀ ਮੈਂ ਪੇਂਡੂ ਆਪਾਂ ਜੱਟ ਹਾਂ ਤੇ ਗੱਲ ਉਡਾਤੀ ਜੀ ਇਹ ਬੇਰੀ ਫੁੱਟ ਪਈ, ਇਹ ਬੇਰੀ ਫੁੱਟ ਪਈ। ਜਿਹੜੀ ਫੁੱਟੀ ਲਗਰ ਹੁੰਦੀ ਆ ਨਾ ਉਹ ਥਰੂ ਸੀ ਹੁੰਦੀ ਹੈ, ਮਤਲਬ ਉਹ ਚਲਕਦੀ ਹੁੰਦੀ ਆ, ਉਹਦੇ ਵਿੱਚ ਦੀ ਦਿਸਦਾ ਹੁੰਦਾ ਤੁਹਾਨੂੰ। ਪਰ ਜਿਹੜੀ ਬੇਰੀ ਮੁੱਢ ਲੱਗਾ ਹੋਵੇ, ਲਗਾਈ ਗਈ ਹੋਵੇ, ਉਹ ਸਖਤ ਹੁੰਦੀ ਹੈ ਤੇ ਉਹ ਥਰੂ ਸੀ ਨਹੀਂ ਹੁੰਦੀ। ਸੀ ਥਰੂ ਕਹਿੰਦੇ ਨਾ ਆਪਾਂ, ਜਿਹੜੇ ਕੱਪੜੇ ਦੇ ਵਿੱਚ ਦੀ ਵੇਖਿਆ ਹਾਂਜੀ ਹਾਂਜੀ ਵਿੱਚ ਉਹ ਸੀ ਥਰੂ ਨਹੀਂ ਹੁੰਦੀ, ਟ੍ਰਾਂਸਪੇਰੈਂਟ ਨਹੀਂ ਹੁੰਦੀ। ਹਾਂਜੀ। ਮੈਂ ਕਿਹਾ ਤਾਇਆ ਜੀ ਇਹ ਤਾਂ ਫੁੱਟੀ ਨਹੀਂ ਹੈ ਲਗਰ, ਆਪਾਂ ਜ਼ਿਮੀਂਦਾਰ ਹਾਂ ਤੇ ਮੈਨੂੰ ਪਤਾ ਇਹ ਲਾਈ ਗਈ ਹੈ। ਤੇ ਕਹਿੰਦਾ ਤੂੰ ਕੀ ਲੈਣਾ। ਹੁਣ ਉਹਨਾਂ ਨੂੰ ਦਿਨਾਂ 'ਚ ਮੈਨੂੰ ਤਾਂ ਪਤਾ ਨਹੀਂ ਸੀ, ਨਹੀਂ ਤਾਂ ਮੈਂ ਡੇਟ ਵੀ ਨੋਟ ਕਰਕੇ ਰੱਖ ਲੈਣਾ ਵੀ ਬਾਹਰ ਇਹਨਾਂ ਗੱਲਾਂ ਤੇ ਬੋਲਣਾ ਵੀ ਇਹ ਬਰੋਚ। ਬੇਰੀਆਂ ਤਾਂ ਇੱਥੇ ਹੋਰ ਵੀ ਹਨ ਜੀ, ਬਾਬਾ ਬੁੱਢਾ ਸਾਹਿਬ ਦੀ ਬੇਰ ਆ, ਕਲਾਚੀ ਬੇਰ ਆ, ਉਹ ਇਤਿਹਾਸਕ ਭੰਜਣੀ ਥੱਲੇ ਲੋਕੀ ਦੁੱਖ ਕੱਟਣ ਜਾਂਦੇ। ਨਹੀਂ ਬਾਬਾ ਬੁੱਢਾ ਸਾਹਿਬ ਦੀ ਬੇਰ ਤੇ ਵੀ ਬਹੁਤ ਮੱਥਾ ਟੇਕਿਆ ਜਾਂਦਾ। ਨਹੀਂ ਉਹਨੇ ਨਹੀਂ ਹੈ, ਮੈਂ ਉੱਥੇ ਰਿਹਾ ਸਾਲ ਭਰ ਰਿਹਾ। ਅੱਛਾ ਤੁਸੀਂ ਵੇਖੋ ਇਸ ਪਾਸੇ ਦੁੱਖ ਭੰਜਣੀ ਬੇਰੀ, ਇੱਧਰ 68 ਘਾਟ ਹੈ। 68 ਘਾਟ ਤੀਰਥ ਹੈਗਾ ਬਣਾਇਆ ਉੱਥੇ, ਤੇ ਗੁਰਬਾਣੀ ਕਹਿੰਦੀ 68 ਤੀਰਥ ਜੇ ਨਵਾਂ ਉਤਰਾ ਨਾ ਹੀ ਮੈਲ। ਅਸੀਂ ਦਰਬਾਰ ਸਾਹਿਬ ਦੇ ਵਿੱਚ 68 ਤੀਰਥ ਬਣਾ ਕੇ ਬੈਠੇ, ਗੁਰਬਾਣੀ ਦੇ ਉਲਟ। ਉਹਦਾ ਸਿਧਾਂਤ ਇਹ ਦਿੰਦੇ ਆ ਜੀ, ਜੇ ਤੁਸੀਂ ਜਿੱਥੇ ਮਹਾਰਾਜ ਦੀ ਲਿਖਵਾਇਆ ਉਹ ਥੜੇ ਦੀ ਗੱਲ ਕਰ ਰਹੇ ਹੋ ਨਾ 68 ਤੀਰਥ ਵਾਲਾ, ਉੱਥੇ ਨਹੀਂ ਬੈਠ ਕੇ ਲਿਖਾਇਆ, ਉਹ ਰਾਮਸਰ ਲਿਖਾਇਆ। ਅੱਛਾ ਉਹ ਕਹਿੰਦੇ ਇੱਥੇ ਉਹ ਗੁਰੂ ਸਾਹਿਬ ਬਹਿੰਦੇ ਰਹੇ ਆ ਤੇ ਜੇ ਤੁਸੀਂ 68 ਤੀਰਥ ਕਰਨੇ ਆ ਤੇ ਇਹ ਜਗ੍ਹਾ ਉਹਦੇ ਬਰਾਬਰ ਆ। ਆਹੋ ਤੇ 68 ਤੀਰਥਾਂ ਨੂੰ ਗੁਰਬਾਣੀ ਕੱਢਦੀ ਹੈ ਤੇ ਇਹਦੇ ਕਰਨ ਬਰਾਬਰ ਕਰਕੇ ਕਰਨਾ ਕੀ ਅਸੀਂ। ਅਨਕ ਜਲਾ ਜੇ ਧੋਆ ਦੇਹੀ ਮੈਲ ਨਾ ਉਤਰ ਸਿੱਧ ਨ ਤੇਹੀ। ਉਹ ਕਹਿੰਦਾ ਜਿੰਨੇ ਮਰਜ਼ੀ ਪਾਣੀਆਂ ਨਾਲ ਨਹਾ ਲਾ, 68 ਨੂੰ ਛੱਡੋ। ਗੁਰਬਾਣੀ ਮੇਰੇ ਖਿਆਲ ਸੁਖਮਨੀ ਸਾਹਿਬ ਦੀ ਵਿੱਚ ਕਿਤੇ ਪੰਕਤੀ ਹੈਗੀ, ਹੁਣ ਮੈਨੂੰ ਪੰਨਾ ਨਹੀਂ ਯਾਦ ਜ਼ਬਾਨੀ। ਹਾਂਜੀ। ਅਨਕ ਜਲਾ ਜੇ ਧੋਆ ਦੇਹੀ ਮੈਲ ਨਾ ਉਤਰ ਸੁੱਧ ਨ ਤੇਹੀ। ਨਾ ਤੈਨੂੰ ਅਕਲ ਆਉਣੀ ਹੈ, ਨਾ ਤੇਰੇ ਸਰੀਰ ਦੀ ਮਨ ਦੀ ਮੈਲ ਨਹੀਂ ਉਤਰਨੀ। ਸਰੀਰ ਤਾਂ ਧੋਤਿਆਂ ਸਾਫ਼ ਹੋ ਸਕਦਾ। ਤੇ ਜਪਜੀ 'ਚ ਵੀ ਹੈ ਵੀ ਮੁਕਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਆ ਧੋਏ ਭਰੀਆ ਮਤ ਪਾਪਾ ਕਸਾਂਗੋ ਧੋਪਾ ਨਾ ਮੈਂ ਕਰਾਂ। ਜੀ ਜੀ। ਚੰਗੇ ਗੁਣ ਗ੍ਰਹਿਣ ਕਰਨ ਨਾਲ ਤੁਹਾਡੇ ਮਨ ਦੀ ਮੈਲ ਉਤਰ ਸਕਦੀ ਹੈ। ਸੋ ਗੱਲਾਂ ਤਾਂ ਇਹ ਸੀ ਜੀ ਵੀ ਗੁਰਬਾਣੀ ਪੜ੍ਹਾਂਗੇ ਸਾਨੂੰ ਪਤਾ ਲੱਗੇਗਾ। ਸਾਰੇ ਸਭੇ ਦਿਨ ਸੁਹਾਵਣੇ ਜੈ ਤੂੰ ਆਵੈ ਚਿੱਤ। ਨਾ ਕੋਈ ਪਰਮਾਤਮਾ ਨੇ ਸੋਮਵਾਰ ਬਣਾਇਆ, ਨਾ ਵੀਰਵਾਰ ਬਣਾਇਆ, ਨਾ ਐਤਵਾਰ ਬਣਾਇਆ। ਇਹ ਦਿਨ ਅਸੀਂ ਸਾਡੀਆਂ ਸੁਆਣੀਆਂ ਅੱਧੀਆਂ ਵੀਰਵਾਰ ਕੱਪੜੇ ਨਹੀਂ ਧੋਂਦੀਆਂ, ਮੰਗਲਵਾਰ ਸਿਰ ਨਹੀਂ ਨਹਾਉਂਦੀਆਂ। ਤੁਸੀਂ ਇਹਨੂੰ ਪੰਜਾਬ ਨੂੰ ਛੱਡੋ, ਮੈਂ ਉੱਥੇ ਰਹਿਣਾ, ਉਹ ਤੁਹਾਨੂੰ ਦਰਬਾਰ ਸਾਹਿਬ ਦੇ ਦਾਲੇ ਦਾਲੇ ਇਹੋ ਜਿਹੇ ਪੈਂਫਲੇਟ ਵੰਡੇ ਮਿਲ ਜਾਣਗੇ। ਸੰਕਟ ਮੋਚਨ ਐਤਵਾਰ ਨੂੰ ਨਹਾਉਣ ਨਾਲ ਜਾਂ ਸ਼ਨੀਚਰਵਾਰ ਨੂੰ ਸਿਰ ਧੋਣ ਨਾਲ ਤੁਹਾਡੀ ਉਮਰ ਘਟਦੀ ਹੈ, ਐਤਵਾਰ ਨੂੰ ਨਹਾਵੋ ਜੀ। ਇਹ ਸਭ ਕੁਝ ਸਾਡੇ ਤਾਂ ਦਰਬਾਰ ਸਾਹਿਬ ਜਿਹੜਾ ਮੇਨ ਸੈਂਟਰ ਆ ਉੱਥੇ ਹੁੰਦਾ ਪਿਆ। ਔਰ ਇਹ ਜਥੇਦਾਰਾਂ ਤੁਸੀਂ ਕਰਾਉਣਾ ਕਿ ਜਿਨ੍ਹਾਂ ਦੇ ਸਾਹਮਣੇ ਇਹ ਕੁਝ ਹੋ ਰਿਹਾ। 328 ਸਰੂਪ ਚੋਰੀ ਹੋਏ, ਕਿੱਥੇ ਚੋਰੀ ਹੋਈ? ਦਰਬਾਰ ਸਾਹਿਬ 'ਚ। ਕਿੱਥੇ ਨਹੀਂ, ਕਿਹੜੀ ਜੂਨ ਵਾਲਾ ਜੀ ਜਿਹੜੇ ਅਸੀਂ ਪੁਰਾਣੇ ਸਿੰਘਾਂ ਨੂੰ ਜਾਣਦੇ ਆ, ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ, ਭਾਈ ਗੁਰਦਿੱਤ ਸਿੰਘ ਸੀ ਉਹਨਾਂ ਦਾ ਨਾਂ, ਸ਼ਾਇਦ ਗਿਆਨਦਿੱਤ ਸਿੰਘ, ਅਗਿਆਨ, ਹਾਂ, ਪ੍ਰੋਫੈਸਰ ਗੁਰਮੁਖ ਸਿੰਘ। ਹਾਂਜੀ। ਇਹਨਾਂ ਲੋਕਾਂ ਨੇ ਇਹਨਾਂ ਚੀਜ਼ਾਂ 'ਚੋਂ ਬਹੁਤ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਸੀ ਵੀ ਇਹ ਗਲਤ ਹੋ ਰਿਹਾ ਹੈ। ਜਿੱਦਾਂ ਜਿਹੜੇ ਅਛੂਤ ਸੀ ਉਹਨਾਂ ਕੋਲ ਕੜਾਹ ਨਾ ਸਵੀਕਾਰ ਕਰਨਾ ਜਾਂ ਕੁਝ ਇਹੋ ਜਿਹੀਆਂ ਚੀਜ਼ਾਂ ਆਪਾਂ ਪੜ੍ਹਦੇ ਸੁਣਦੇ ਆ ਨਾ। ਗਿਆਨਦਿੱਤ ਸਿੰਘ ਤਾਂ ਕੜਾਹ ਪ੍ਰਸ਼ਾਦ ਨਹੀਂ ਨਾ ਐਕਸੈਪਟ ਕੀਤਾ। ਹਾਂਜੀ। ਉਹਦਾ ਕੜਾਹ ਪ੍ਰਸ਼ਾਦ ਛੱਡੋ, ਉਹਨੂੰ ਜਦੋਂ ਉਹਨੂੰ ਲੈਕਚਰ ਕਰਦੇ ਹਟਦਾ ਸੀ ਤਾਂ ਉਹਨੂੰ ਕਹਿੰਦੇ ਸੀ ਬਾਹਰ ਚੱਲ ਕੇ ਬੈਠ, ਉੱਥੇ ਦੇਵਾਂਗੇ। ਉਹ ਕਹਿੰਦਾ ਕੋਈ ਨਹੀਂ, ਜਿੱਥੇ ਮੈਨੂੰ ਮਰਜ਼ੀ ਦੇ ਦਿਓ। ਬੋਲਣ ਦੇ ਦਿੰਦੇ ਸੀ, ਪਰ ਉਹਨੂੰ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ 'ਚ ਬੈਠ ਕੇ ਲੈਣ ਦੀ ਇਜਾਜ਼ਤ ਸੀ, ਬਾਹਰ ਕੱਢ ਦਿੰਦੇ। ਉਹਨਾਂ ਨੂੰ ਮੇਰੇ ਖਿਆਲ ਮੁੜ ਕੇ ਬਾਅਦ 'ਚ ਇਹਨਾਂ ਨੇ ਉਹ ਜਾਂ ਤਨਖਾਹੀਆ ਜਾਂ ਧਰਮ 'ਚੋਂ ਕੱਢ ਵੀ ਦਿੱਤਾ ਸੀ, ਫਿਰ ਬਾਅਦ 'ਚ ਕਹਿੰਦੇ ਉਹਨਾਂ ਨੂੰ ਵਾਪਸ ਲਿਆ ਸੀ। ਉਹ ਪ੍ਰੋਫੈਸਰ ਗੁਰਮੁਖ ਸਿੰਘ ਦੀ ਗੱਲ ਹੈ, 108 ਸਾਲਾਂ ਬਾਅਦ ਉਹਨਾਂ ਨੂੰ 2004 ਜਾਂ 5 ਦੇ ਵਿੱਚ ਫੇਰ ਲਿਆ ਉਹਨਾਂ ਨੂੰ ਵਾਪਸ। ਉਹ ਬੰਦਾ ਮੈਂ ਉਹਦੇ ਤੇ ਲਿਖ ਵੀ ਲਿਖਿਆ। ਮਤਲਬ ਤੁਸੀਂ ਵੀ ਸਿੰਘ ਸਭਾ ਲਹਿਰ ਦਾ ਹਿੱਸਾ ਵਾ, ਉਹ ਤੁਸੀਂ ਹੁਣ ਨਵੇਂ ਸਿਰੋਂ ਉਹਨੂੰ ਚਲਾ ਰਹੇ ਹੋ। ਤੇ ਇਹਦੇ ਲਈ ਇੱਕ ਬੜੀ ਜ਼ੋਰਦਾਰ ਲਹਿਰ ਸੀ ਉਹ ਸਿੱਖੀ ਦੀ, ਜਿਹੜੀ ਰਿਫਾਰਮ ਕਰਨ ਦੀ, ਸਿੱਖੀ ਦੇ ਵਿੱਚ ਜਿਹੜੀਆਂ ਬੁਰਾਈਆਂ ਵੜ ਗਈਆਂ ਸੀ ਉਹਨਾਂ ਨੂੰ ਬਾਹਰ ਕੱਢਣ ਲਈ ਜਿਸ ਤਰੀਕੇ ਦੀ ਉਦੋਂ ਲਹਿਰ ਚੱਲੀ, ਤੁਸੀਂ ਸਮਝਦੇ ਹੋ ਵੀ ਹੁਣ ਵੀ ਉਸ ਤਰ੍ਹਾਂ ਦੀ ਲਹਿਰ ਦੀ ਲੋੜ ਹੈ? ਅਸੀਂ ਅਖੰਡ ਪਾਠਾਂ ਦੇ ਵਿਰੋਧ, ਗੁਰਮਤਿ ਤੇ ਅਖੰਡ ਪਾਠ, ਨਗਰ ਕੀ 50,000 ਮੈਗਜ਼ੀਨ ਛਾਪਿਆ, ਨਗਰ ਕੀਰਤਨ ਤੇ ਗੁਰਮਤਿ 50,000 ਮੈਗਜ਼ੀਨ। ਜੇ ਅਸੀਂ ਜਦੋਂ ਵੀ ਮੈਗਜ਼ੀਨ ਛਾਪਣਾ ਸਾਲ 2 ਸਾਲਾਂ ਬਾਅਦ 50,000 ਤੋਂ ਘੱਟ ਨਹੀਂ ਛਾਪਣਾ। ਗੁਰਮਤਿ ਤੇ ਔਰਤ 50,000। ਵਹਿਮਾਂ ਭਰਮਾਂ ਬਾਰੇ 10 ਗ੍ਰੰਥ ਦੇ ਵਿਰੋਧ ਦੇ ਵਿੱਚ 1.5 ਲੱਖ ਮੈਗਜ਼ੀਨ ਛਾਪ ਚੁੱਕੇ। 1.5 ਲੱਖ ਮੈਗਜ਼ੀਨ ਹਜੇ ਵੀ ਮੇਰੇ ਕੋਲ ਕਾਫੀ ਪਏ ਹੈ। ਸੋ ਇਸ ਤਰ੍ਹਾਂ ਅਸੀਂ ਇਹ ਉਪਰਾਲਾ ਹੀ ਕਰਦੇ ਵੀ ਲੋਕਾਂ ਨੂੰ ਗਿਆਨ ਵੰਡੀਏ। ਜੇ ਕਿਤੇ ਕੋਈ ਬੰਦਾ 2-1 ਲੇਖ ਪੜ੍ਹ ਗਿਆ ਤਾਂ ਹੋ ਸਕਦਾ ਕਲਿਆਣ ਹੋ ਜਾਏ।
ਤੇ ਕਈਆਂ ਲੋਕਾਂ ਨੇ, ਮੈਂ ਜਦੋਂ ਪੰਜਾਬ ਜਾਂਦਾ, ਹੁਣ ਤਾਂ ਮੈਨੂੰ 4-5 ਸਾਲ ਹੋ ਗਏ, ਮੇਰੇ ਇਲਾਕੇ ਦੇ ਲੋਕ ਜਿਹੜੇ ਮੋਗੇ ਦੇ ਆਸ-ਪਾਸ ਦੇ 2-3 ਮੁੰਡੇ ਵੈਸੇ ਮਿਲੇ, ਜਿਹੜੇ ਕਹਿੰਦੇ ਜੀ ਆਪਣੀਆਂ ਸਿੰਘ ਸਭਾ ਦੇ ਮੈਗਜ਼ੀਨ ਪੜ੍ਹ ਕੇ ਸਾਡੀ ਜ਼ਿੰਦਗੀ ਬਦਲ ਗਈ, ਅਸੀਂ ਨਸ਼ਾ ਛੱਡ ਗਏ। ਸੋ ਸਾਨੂੰ ਤਾਂ ਬੜੀ ਖੁਸ਼ੀ ਹੈ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਜੀ। ਇਹ ਕੰਮ ਹੋਰ ਸੰਸਥਾਵਾਂ ਵੀ ਕਰ ਰਹੀਆਂ, ਸਮਾਂ ਆਪਣਾ ਹੋ ਗਿਆ ਵੈਸੇ, ਕੁਝ ਸੰਸਥਾਵਾਂ ਕਰ ਰਹੀਆਂ ਨੇ, ਜਿੱਦਾਂ ਮਿਸ਼ਨਰੀ ਕਾਲਜ ਵਾਲੇ ਆ, ਉਹ ਵੱਖਰੇ ਤੌਰ ਤੇ ਕਰੇ। ਕਾਲਜ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨਾਲ ਹੀ ਕੰਮ ਕਰਦੇ। ਅੱਛਾ, ਤੁਹਾਡਾ ਵੱਲੋਂ ਮਿਸ਼ਨਰੀ ਜਿਹੜੀ ਲਹਿਰ ਹੈ ਉਹਦੇ ਨਾਲ ਜੁੜ ਕੇ ਕੰਮ? ਹਾਂਜੀ ਹਾਂਜੀ। ਸਰਬਜੀਤ ਸਿੰਘ ਧੂੰਦਾ ਹੋਇਆ, ਸੁਖਵਿੰਦਰ ਸਿੰਘ ਦਦੇਰ ਹੋਇਆ, ਗੁਰਜੰਟ ਸਿੰਘ ਰੂਪਾਂ ਵਾਲੇ ਪ੍ਰਿੰਸੀਪਲ, ਗੁਰਬਚਨ ਸਿੰਘ ਪੰਨਵਾ ਹੋਏ। ਅੱਛਾ, ਕਰਦੇ ਤੇ ਆਪਾਂ ਸਾਰੇ ਸਿੱਖੀ ਦਾ ਪ੍ਰਚਾਰ ਆ, ਫਿਰ ਇਹ ਗਰੁੱਪਬੰਦੀ ਕਿਉਂ ਆ ਵੀ ਇਹ ਮਿਸ਼ਨਰੀ ਨੇ ਜੀ, ਇਹ ਫਲਾਣੇ ਨੇ ਜੀ? ਉਹ ਦੇਖੋ, ਉਹ ਉੱਥੇ ਇੰਡੀਆ 'ਚ ਹੈ, ਕਾਲਜ ਵਾਲੇ, ਉਹ 10 ਗੁਰਾਂ ਦੇ ਵਿਰੋਧ 'ਚ ਬੋਲ ਨਹੀਂ ਸਕਦੇ। ਅੱਛਾ, ਇਹ ਕੰਮ ਅਸੀਂ ਕਰਦੇ ਹਾਂ। ਕੁਛ ਉਹਨਾਂ ਦੀਆਂ ਮਜਬੂਰੀਆਂ ਕੋਈ, ਮੈਂ ਉਹਨਾਂ ਨੂੰ ਮਾੜੇ ਨਹੀਂ ਕਹਿੰਦਾ ਵੀ ਉਹ ਮਜਬੂਰੀਆਂ ਦੇ ਵਾਸਤੇ ਪੈਸਾ ਹੀ ਕਮਾਉਣਾ ਚਾਹੁੰਦੇ, ਨਹੀਂ। ਜੇ ਉਹਨਾਂ ਨੇ ਪੰਜਾਬ 'ਚ ਰਹਿਣਾ, ਤੇ ਜੇ ਇਹ ਆ ਜਿਹੜਾ ਹਰਪ੍ਰੀਤ ਜਿਹਨੂੰ ਕੁਰਾਨ ਦੇ ਸਪੈਲਿੰਗ ਨਹੀਂ ਆਉਂਦੇ, ਇਹ ਇੱਕ ਵਾਰੀ ਕਹਦੇ ਵੀ ਇਸ ਕਾਲਜ ਨੂੰ ਅਸੀਂ ਤਨਖਾਹੀਆ ਕਰਾਰ ਦਿੰਦੇ ਹਾਂ, ਤਾਂ ਉਹਨਾਂ ਦਾ ਪ੍ਰਚਾਰ ਰੁਕ ਜਾਏਗਾ। ਇੱਥੇ ਸਾਡੇ ਕੁਝ ਸੱਜਣਾਂ ਨੇ ਰੌਲਾ ਪਾਇਆ ਸੀ ਵੀ ਇਹ ਵੇਖੋ ਜੀ, ਉੱਥੇ ਕਿਸਾਨ ਮੋਰਚੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲੇ ਕਾਮਰੇਡਾਂ ਨਾਲ ਬੈਠੇ ਗੱਲਾਂ ਕਰ ਰਹੇ ਆ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਵੀ ਦੱਸੋ, ਉਹਨਾਂ ਨੇ ਪੰਜਾਬ 'ਚ ਵਿਚਰਨਾ ਹੈ ਜਾਂ ਉਹਨਾਂ ਨੇ ਕੈਨੇਡਾ 'ਚ ਹੀ ਆ ਕੇ ਪ੍ਰਚਾਰ ਕਰਨਾ ਹੈ? ਤੇ ਪੰਜਾਬ 'ਚ ਤਾਂ ਫਿਰ ਕਾਮਰੇਡ ਹੈਗੇ ਆ। ਜੇ ਕਾਮਰੇਡਾਂ ਨੂੰ ਗੁਰਬਾਣੀ ਦਾ ਤੱਤ ਸਮਝਾਇਆ ਜਾਵੇ, ਮੇਰੇ ਕੋਲ 1-2 ਹੋਰ ਐਗਜ਼ਾਮਪਲਾਂ ਇੱਥੇ ਹੈਗੀਆਂ ਬਫਲੋ ਤੋਂ, ਉਹਨਾਂ ਦੀ ਬੋਲੀ ਬਦਲ ਚੁੱਕੀ ਹੈ। ਆਪਣਾ ਪਹਿਲਾਂ ਕੁਝ ਹੋਰ ਗੁਰਬਾਣੀ ਬਾਰੇ ਹੋਰ ਬੋਲਦੇ ਹੁੰਦੇ ਸੀ, ਕੁਝ ਹੁਣ ਅੱਜ ਚੰਗੇ ਤਰੀਕੇ ਨਾਲ ਵੀ ਬੋਲਦੇ। ਮੁੱਖ ਦੀ ਗੱਲ ਤੇ ਆ ਜੂਨਵਾਲਾ ਜੀ ਵੀ ਕੱਟੜਵਾਦ ਕਿਸੇ ਵੀ ਇੱਕ ਵਰਗ ਦਾ, ਭਾਵੇਂ ਉਹ ਕਾਮਰੇਡ ਹੋਣ, ਚਾਹੇ ਕੋਈ ਸਿੱਖ ਹੋ ਕੇ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਕੱਟੜਵਾਦੀ ਵਾਲੇ ਪਾਸੇ ਤੋਰਦਾ ਹੈ ਕਿ ਨਹੀਂ ਜੀ ਗੁਰਬਾਣੀ ਦੀ ਆਹ ਲਾਈਨ ਤੋਂ ਇੱਧਰ ਨਹੀਂ ਹੋ ਸਕਦੇ, ਤੇ ਉਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ। ਹਰਜੀਤ ਸਿੰਘ ਜੀ, ਕੱਟੜ ਜਿਹੜਾ ਲਫ਼ਜ਼ ਸੀ ਨਾ, ਇਹ ਪੋਜ਼ਿਟਿਵ ਸੀ। ਅਸੀਂ ਇਹਨੂੰ ਨੈਗੇਟਿਵ ਵੇਖਣਾ ਸ਼ੁਰੂ ਕਰਤੇ। ਕੱਟੜ ਉਹ ਹੁੰਦਾ ਜਿਹੜਾ ਨਿਯਮਾਂ ਦੀ ਇਹ ਬਿਲਕੁਲ ਸਹੀ ਪਾਲਣਾ ਕਰਦਾ। ਕੱਟੜਵਾਦ ਮਾੜਾ ਨਹੀਂ ਹੈ। ਨਹੀਂ, ਪਰ ਉਹ ਮਰਿਆਦਾ ਦੇ ਨਾਂ ਤੇ ਫਿਰ ਕੇਅਰ ਬਹੁਤ ਕੁਝ ਹੋ ਜਾਂਦਾ ਨਾ ਜੀ। ਮਰਿਆਦਾ ਸਾਡੀਆਂ ਬਣਾਈਆਂ ਹੋਈਆਂ। ਕਈ ਮਰਿਆਦਾ ਹੁਣ ਇਦਾਂ ਦੀਆਂ ਵੀ 500 ਸਾਲ ਪਹਿਲਾਂ, ਭਾਵੇਂ ਗੁਰੂਆਂ ਦੇ ਵੇਲੇ ਦੀ ਗੱਲ ਕਰ ਲਈਏ, ਕਿਹਾ ਜਾਂਦਾ ਹੈ ਕਿ 9 ਗੁਰੂਆਂ ਨੇ ਜਦੋਂ ਗੁਰਗੱਦੀ ਅੱਗੇ ਦਿੱਤੀ ਤੇ ਉਹ ਵੀ ਚਰਨਾਮਤ ਦੇ ਕੇ ਹੀ ਕਰਦੇ ਸੀ, ਪੈਰ ਦਾ ਅੰਗੂਠਾ ਧੋ ਕੇ ਹੀ ਕਰਦੇ, ਤੇ ਫਿਰ ਬਾਅਦ 10ਵੇਂ ਗੁਰੂ ਨੇ ਬਦਲ ਕੇ ਦਿੱਤੀ। ਬਦਲਾਅ ਤੇ ਆਉਂਦੇ ਹੀ ਆ ਨਾ ਸਰ। ਨਹੀਂ, ਇਦਾਂ ਜੀ, ਚਰਨ ਤੋਂ ਰਹਿ ਰਾਸ ਕਾ ਚਰਨਾਮਤ ਗੁਰ ਸਿੱਖਾਂ ਪਲਾਇਆ, ਭਾਈ ਗੁਰਦਾਸ ਦੀ ਪੰਕਤੀ ਹੈ। ਅੱਛਾ ਜੀ। ਹੁਣ ਲੋਕ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਤੇ ਦੂਜੇ ਗੁਰੂ ਅੰਗੂਠਾ ਧੋ ਕੇ ਪਿਆਉਂਦੇ ਸੀ। ਇਹ ਮੈਂ ਪੜਿਆ ਤਾਂ ਹੀ ਗੱਲ ਕਰ ਰਿਹਾ, ਪਤਾ ਨਹੀਂ ਉਹ ਸਹੀ ਹੈ ਕਿ ਨਹੀਂ। ਤਿਲਕ ਲਾਉਂਦੇ ਸੀ ਤੇ ਇਦਾਂ ਕਰਕੇ। ਕੁਝ ਤਿਲਕ ਦੀ ਗੱਲ ਨਹੀਂ ਹੈ, ਨਾ ਨਾਰੀਅਲ ਦੀ ਗੱਲ ਹੈ। ਗੁਰਗੱਦੀ ਦੇਣ ਦੇ ਬਾਰੇ ਜਦੋਂ ਰਾਮਕਲੀ ਦੀ ਵਾਰ ਦੇ ਵਿੱਚ, ਜਾਂ ਸਦੋਸਤਨ ਲੈਣਾ ਟਿਕਿਓ, ਜਦੋਂ ਲੈਣੇ ਨੂੰ ਸੋਧਿਆ ਗਿਆ ਤਾਂ ਗੁਰੂ ਨਾਨਕ ਸਾਹਿਬ ਨੇ ਉਹਨੂੰ ਟਿਕਿਆ। ਟਿਕਿਆ ਮਤਲਬ ਹੁੰਦਾ ਵੀ ਆਪਣੀ ਜ਼ਿੰਮੇਵਾਰੀ ਉਹਦੇ ਸੰਭਾਲ ਦਿੱਤੀ, ਜ਼ਿੰਮੇਵਾਰੀ ਦਿੱਤੀ। ਗੱਲ ਇਹ ਸੀ ਜੀ, ਕੋਈ ਉਹ ਪੁਆਇੰਟ ਆਇਆ ਸੀ ਦਿਮਾਗ ਦੇ ਵਿੱਚ, ਅਸੀਂ ਚਰਨਾਮਤ ਦੀ ਗੱਲ ਸੀ। ਮੈਂ ਇਸ ਤੇ ਗੁਰਬਾਣੀ ਵਿਚਾਰ ਟੀਵੀ ਤੇ ਸਮਾਗਮ ਨਾਲ ਇੱਕ ਪ੍ਰੋਗਰਾਮ ਕਰਕੇ ਚਰਨ, ਚੱਚਾ, ਰਾਰਾ, ਨਾਣਾ ਤੇ ਨੰਨਾ, ਮੇਰੇ ਖਿਆਲ ਨੰਨਾ 26 ਕੁ ਵਾਰੀ ਚਰਨ ਆਉਂਦਾ। ਗੁਰ ਕੇ ਚਰਨ ਹਿਰਦਾ ਵਸਾਏ, ਗੁਰ ਕੇ ਚਰਨ ਧੋਏ ਧੋ ਪੀਓ, ਇੱਦਾਂ। ਤੇ ਨਾਣਾ 23 ਕੁ ਵਾਰੀ ਆਉਂਦਾ। ਮਤਲਬ ਕੁੱਲ ਮਿਲਾ ਕੇ 48-49 ਕੁ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ, ਔਰ ਕਿਧਰੇ ਵੀ ਪੈਰਾਂ ਵਾਸਤੇ ਨਹੀਂ ਆਇਆ। ਤੇ ਭਾਈ ਗੁਰਦਾਸ ਹੀ ਹੈ ਇਕੱਲਾ ਜਿਹੜਾ, ਜਿਹਦੀ ਤੁਸੀਂ ਪੰਕਤੀ ਦੀ, ਨਾਲੇ ਉਹ ਆਪਣੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਲਿਖਣ ਤੋਂ ਬਾਅਦ 'ਚ ਲਿਖਦੇ ਆ। ਚਰਨ ਧੋਏ ਰਹਿ ਰਾਸ ਕਰ, ਚਰਨਾਮਤ ਗੁਰਸਿੱਖਾਂ ਦਾ ਪਲਾਇਆ। ਗੁਰਸਿੱਖਾਂ ਪਲਾਇਆ ਦਾ ਮਤਲਬ ਇਹ ਹੈ, ਗੁਰੂ ਦਾ ਸ਼ਬਦ ਪੜ੍ਹਿਆ, ਕੋਈ ਮਤਲਬ ਕੋਈ ਪਾਣੀ ਤਿਆਰ ਕੀਤਾ, ਜਿੱਦਾਂ ਕਿਤੇ ਘੋਟ ਕੇ ਪੀ ਲੈਣੀ ਕੋਈ ਚੀਜ਼, ਉਹਨੂੰ ਪੂਰੀ ਤਰ੍ਹਾਂ ਜਮਾ ਲਿਆ, ਪਰ ਕਰ ਲਿਆ, ਗ੍ਰਹਿਣ ਕਰ ਲਿਆ। ਅਸਲ 'ਚ ਗੁਰ ਕੇ ਚਰਨ ਹਿਰਦੇ ਵਸਾਏ ਦੇ, ਮਤਲਬ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਉਣਾ। ਜਿਹੜੀ ਸੰਗਤ ਆਉਂਦੀ ਸੀ ਉਹਨੂੰ ਭਾਈ ਤਿਆਰ ਕੀਤਾ ਜਾਂਦਾ ਸੀ ਉਪਦੇਸ਼ ਦੇ ਕੇ। ਜਿਹੜੀਆਂ ਬੰਦਾ ਸਿੰਘ ਬਹਾਦਰ ਵੇਲੇ, ਗੁਰੂ ਹਰਗੋਬਿੰਦ ਸਾਹਿਬ ਵੇਲੇ, ਗੁਰੂ ਗੋਬਿੰਦ ਸਿੰਘ ਵੇਲੇ ਲੜਾਈਆਂ ਲੜੀਆਂ ਗਈਆਂ, ਉਹ ਉਪਦੇਸ਼ ਦੇ ਮਤਲਬ ਉਪਦੇਸ਼ ਦੀ ਬਦੌਲਤ ਸੀ, ਨਾ ਕਿ ਪੈਰ ਦਾ ਅੰਗੂਠਾ ਧੋ ਕੇ ਪਿਆਇਆ ਤੇ ਉਹ ਬੰਦੇ। ਇਹ ਤਾਂ ਰੀਤੀ ਹੀ ਨਹੀਂ ਹੈ ਸਿੱਖ ਧਰਮ ਦੀ। ਬਿਲਕੁਲ, ਬਹੁਤ ਹੀ ਕੰਮ ਦੀਆਂ ਗੱਲਾਂ ਹਮੇਸ਼ਾ ਅਸੀਂ ਜੂਨਵਾਲਾ ਜੀ ਕੋ ਸਿੱਖਦੇ ਹਾਂ, ਔਰ ਹਰ ਵਾਰੀ ਇੱਕ ਇੰਨਾ ਵਧੀਆ ਇੰਟਰਸਟਿੰਗ ਟੌਪਿਕ ਹੁੰਦਾ ਕਿ ਹੋਰ ਅੱਗੇ ਹੋਰ ਸਮੇਂ ਦੀ ਵੀ ਕਈ ਵਾਰ ਆਪਾਂ ਮਰਿਆਦਾ ਦੀ ਲੰਘਣਾ ਹੋ ਜਾਂਦੀ ਆ। ਸੋ ਅਗਲੇ ਪ੍ਰੋਗਰਾਮ 'ਚ ਫਿਰ ਇਹਨਾਂ ਕੋਲੋਂ ਨਵੀਆਂ ਚੀਜ਼ਾਂ ਸਿੱਖਾਂਗੇ। ਅੱਜ ਅਸੀਂ ਕੋਸ਼ਿਸ਼ ਤਾਂ ਇਹੀ ਸੀਗੀ ਕਿ ਜਿਹੜੇ ਸਾਡੇ ਸਿੱਖੀ ਦੇ ਵਿੱਚ ਸਿੱਖੀ ਫਲਸਫੇ ਨੂੰ ਪੜ੍ਹਦੇ ਹੋਏ ਲੋਕ ਵੀ ਵਹਿਮਾਂ ਭਰਮਾਂ 'ਚ ਮਾਂ ਦੀ ਦਾਲ ਲੂਣ ਜੇ ਉਹ ਕਰਦੇ ਆ ਉੱਤੇ ਰਵਾਂਗੇ, ਪਰ ਕਿਉਂਕਿ ਇਹਨਾਂ ਦਾ ਗਿਆਨ ਬਹੁਤ ਲੰਬਾ ਚੌੜਾ ਤੇ ਅਸੀਂ ਉਹ ਤੋਂ ਕਈ ਵਾਰ ਵਿਸ਼ੇ ਤੋਂ ਥੋੜ੍ਹਾ ਜਿਹਾ
ਲਾਂਭੇ ਹਟ ਕੇ, ਵੈਸੇ ਮੈਂ ਜਿਹੜੀਆਂ ਗੱਲਾਂ ਜਿਨ੍ਹਾਂ ਕੋ ਜਾਣੀਆਂ ਨੇ ਸ਼ਾਇਦ ਉਹਨਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋਣ। ਸੋ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਇਹਨਾਂ ਕੋਲੋਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਸਿੱਖੀ ਦੇ ਮਰਿਆਦਾ ਨਾਲ, ਸਿੱਖੀ ਦੀ ਫਿਲਾਸਫੀ ਨਾਲ ਮੇਲ ਖਾਂਦੀਆਂ ਨੇ, ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ। ਜੀਵਨ ਵਾਲਾ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਉਂਦੇ ਹੋ ਤੇ ਸਾਨੂੰ ਬਹੁਤ ਗਿਆਨ ਬਖਸ਼ ਕੇ ਜਾਂਦੇ। ਜੀ ਕੀ ਫਤਿਹ ਜੀ, ਧੰਨਵਾਦ ਤੁਹਾਡਾ, ਤੁਸੀਂ ਸੰਗਤਾਂ ਦੇ ਰੂਬਰੂ ਕਰ ਦਿਓ। ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ।